हेलो एवरीवन, मेरा नाम निष्ठा बंसल है। आई एम अ फाइनल ईयर एमबीबीएस स्टूडेंट एट ਏਮਸ ਭੋਪਾਲ। मैं अपना नीट 2020 'ਚ ਦਿੱਤਾ ਸੀਗਾ। ਮੇਰਾ ਰੈਂਕ 484 ਸੀਗਾ ਤੇ ਮਾਰਕਸ 683 ਸੀਗੇ। ਸੋ ਅੱਜ ਆਪਾਂ ਇੱਕ ਨਵਾਂ ਚੈਪਟਰ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਸੈਲ ਸਾਈਕਲ ਐਂਡ ਸੈਲ ਡਿਵੀਜ਼ਨ। ਇਟ ਇਜ਼ ਦ ਲਾਸਟ ਚੈਪਟਰ ਆਫ ਦਿਸ ਮੋਡਿਊਲ। मतलब कि जिवें 3 ਚੈਪਟਰਸ ਨਾਲ ਸੀਗੇ ਨਾ, ਸੈਲ ਐਂਡ ਯੂਨਿਟ ਆਫ ਲਾਈਫ, ਬਾਇਓਮੋਲੀਕੂਲਸ ਤੇ ਸੈਲ ਸਾਈਕਲ। ਤਾਂ ਹੁਣ ਆਪਾਂ ਐਂਡ 'ਚ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਪੜਿਆ ਕਿ ਸੈਲ ਦਾ ਸਟਰਕਚਰ ਕੀ ਹੈ ਤੇ ਉਹਦੇ ਅੰਦਰ ਕੀ ਉਹਦਾ ਸਾਈਟੋਪਲਾਜ਼ਮ ਹੈ, ਨਿਊਕਲੀਅਸ ਹੈ ਤੇ ਉਹਨਾਂ ਦੇ ਫਿਰ ਸਟਰਕਚਰਸ ਪੜੇ ਤੇ ਆਪਾਂ ਨੇ ਟਾਈਪਸ ਆਫ ਸੈਲ ਪੜੇ ਤੇ ਉਹ ਬਿਲਡਿੰਗ ਬਲੌਕਸ ਕਿਵੇਂ ਬਣਦੇ ਨੇ ਇੱਕ ਆਰਗੈਨਿਜ਼ਮ ਦੇ। ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਪੜਿਆ ਕਿ ਜਿਹੜਾ ਸੈਲ ਹੈ ਉਹ ਉਹਦੇ ਕਨਸਟੀਟੂਐਂਟਸ ਕੀ ਹੈ, ਉਹਦਾ ਮੇਕਅਪ ਕੀ ਹੈ। ਤੇ ਉਸ ਤੋਂ ਬਾਅਦ ਆਪਾਂ ਨੇ ਪੜਿਆ ਕਿ ਜਿਹੜੇ ਮੈਕਰੋਮੋਲੀਕਿਊਲਸ ਹੈ ਤੇ ਮਾਈਕਰੋਮੋਲੀਕਿਊਲਸ ਕੀ ਹੁੰਦੇ ਨੇ, ਉਹਨਾਂ ਦੇ ਮੋਨੋਮਰਸ ਕੀ ਹੁੰਦੇ ਨੇ ਤੇ ਉਹਨਾਂ ਦੀ ਕੈਮੀਕਲ ਐਕਟੀਵਿਟੀ ਕੀ ਰਹਿੰਦੀ ਹੈ। ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹ ਵੀ ਪੜਿਆ ਕਿ ਐਂਜ਼ਾਈਮਸ ਕਿਵੇਂ ਇੱਕ ਰਿਐਕਸ਼ਨ ਨੂੰ ਕੈਟਾਲਾਈਜ਼ ਕਰਦੇ ਨੇ। ਦਿਸ ਇਜ਼ ਦ ਲਾਸਟ ਚੈਪਟਰ ਆਫ ਦਿਸ यूनिट जो है सेल साइकिल एंड सेल डिवीजन। तो सब तो पहला कुछ इंट्रोडक्शन दी है चैप्टर की। एक बहुत ही बेसिक जी इंट्रोडक्शन है टू स्टार्ट द चैप्टर की। आर यू अवेयर दैट ऑल द ऑर्गेनिजम्स इवन द लार्जेस्ट स्टार्ट देयर लाइफ फ्रॉम अ सिंगल सेल। तो फिर उसके बाद लिखे कि एक सिंगल सेल है देन goes on to form such large organisms. Growth and reproduction are characteristics of cells, indeed all living organisms. एक कोई इन्हें important बोल सकते बट as such it is a basic like line only. फिर उसके बाद है कि all cells reproduce by division into two with each parental cell giving rise to two daughter cells each time they divide. These newly formed daughter cells can themselves grow and divide, giving rise to a new cell population that is formed by growth and division of a single parental cell and its progeny. उसके बाद है कि in other words, such cycles of growth and division allow a single cell to form a structure consisting of millions of cells. तेरे अंदर बेसिक ही दस्या गया है कि ਜਿਹੜਾ ਇੱਕ ਸੈੱਲ ਹੈ ਉਹ ਜਦੋਂ ਵੀ ਡਿਵਾਈਡ ਕਰਦੇ ਹੋ ਦੋ ਦੇ ਅੰਦਰ ਡਿਵਾਈਡ ਕਰਦੇ ਉਸ ਤੋਂ ਬਾਅਦ ਜਿਹੜਾ ਸੈੱਲ ਨੂੰ ਡਿਵਾਈਡ ਕਰਦੇ ਉਹਨੂੰ ਪੈਰੈਂਟਲ ਸੈੱਲ ਬੋਲਦੇ ਨੇ। ਜਿਹੜੇ ਦੋ ਡਿਵੀਜ਼ਨ ਹੋਣ ਤੋਂ ਬਾਅਦ ਜਿਹੜੇ ਆਪਾਂ ਸੈਲਸ ਮਿਲਦੇ ਨੇ ਉਹਨਾਂ ਨੂੰ ਡਾਟਰ ਸੈਲਸ ਬੋਲਦੇ ਨੇ। ਫਿਰ ਉਸ ਤੋਂ ਬਾਅਦ ਹੈ ਕਿ ਜਿਹੜਾ ਇੱਕ ਸਿੰਗਲ ਡਾਟਰ ਸੈੱਲ ਵੀ ਮਿਲ ਗਿਆ ਉਹ ਵੀ ਉਸ ਤੋਂ ਬਾਅਦ ਅੱਗੇ ਜਾ ਕੇ ਡਿਵਾਈਡ ਹੁੰਦਾ ਤੇ ਉਸਦੇ ਨਾਲ ਵੀ ਅੱਗੇ ਕੰਟੀਨਿਊ ਹੁੰਦੀ ਰਹਿੰਦੀ ਹੈ ਸੈੱਲ ਡਿਵੀਜ਼ਨ। ਹੁਣ ਇਸ ਤੋਂ ਬਾਅਦ ਹੈ ਕਿ ਸੈੱਲ ਸਾਈਕਲ ਕੀ ਹੈ। Cell cycle ਕੀ ਰਹਿੰਦਾ ਹੈ? Cell cycle is a very important process in all living organisms. During the division of a cell, DNA replication and cell growth also takes place. All these processes, that is cell division, DNA replication and growth, hence have to take place in a coordinated way to ensure correct division and formation of progeny cells containing intact genomes. ਹੁਣ ਇਹਦਾ ਕੀ ਮਤਲਬ ਹੈ? ਪਹਿਲਾ ਤਾਂ ਹੈ ਕਿ ਸੈਲ ਡਿਵੀਜ਼ਨ ਤਾਂ ਆਬਵੀਅਸਲੀ ਇੰਪੋਰਟੈਂਟ ਹੈ ਕੋਈ ਵੀ ਲਿਵਿੰਗ ਆਰਗੈਨਿਜ਼ਮ ਲਈ ਫॉर ग्रोथ, रिप्रोडक्शन एंड ऑल अदर एस्पेक्ट्स ऑफ लाइफ। मतलब कोई भी अगर सपोज ਸੈਲ ਇੰਜਰੀ ਵੀ ਹੁੰਦੀ ਹੈ ਜਾਂ ਕੋਈ ਵੂਨ ਵੀ ਹੁੰਦੀ ਹੈ ਤਾਂ ਉਹਨੂੰ ਵੀ ਵੂਨ ਨੂੰ ਵੀ ਹੀਲ ਕਰਨ ਲਈ ਸੈਲ ਡਿਵੀਜ਼ਨ ਤਾਂ ਹੋਣੀ ਇੰਪੋਰਟੈਂਟ ਹੈ ਕਿ ਉਹਦੇ ਕੋਈ ਵੂਨਡ ਹੋਈ ਹੈ ਤਾਂ ਉਹਦੇ ਉੱਤੇ ਜਿਹੜੇ ਡੈਡ ਸੈਲਸ ਉਹਨੂੰ ਰਿਪਲੇਸ ਕਰਨ ਲਈ ਨਿਊ ਸੈਲਸ ਚਾਹੀਦੇ ਨਾ, ਉਹ ਕਿਵੇਂ ਆਣਗੇ? ਸੈਲ ਡਿਵੀਜ਼ਨ ਨਾਲ ਹੀ ਆਣਗੇ। ਤੇ ਸਪੋਜ਼ ਕੋਈ ਸੈਲ ਹੈ ਉਹਦੀ ਹੁਣ ਉਹ ਸੈਨੇਸੈਂਸ ਚਲਾ ਗਿਆ। ਸੈਨੇਸੈਂਸ ਮਤਲਬ ਕਿ ਉਹਦਾ ਸੈਲ ਦਾ ਜਿਹੜਾ ਲਾਈਫ ਸਾਈਕਲ ਸੀਗਾ, ਉਹ ਲਾਈਫ ਸਪੈਨ ਸੀਗਾ, ਉਹ ਐਂਡ ਤੇ ਆਉਣ ਵਾਲੇ ਤੇ ਉਹਦੀ ਹੁਣ ਸੈਲ ਡੈਥ ਹੋਣ ਵਾਲੀ ਹੈ ਤਾਂ ਉਹ ਸੈਲ ਦੀ ਜਗ੍ਹਾ ਰਿਪਲੇਸ ਕਰਨ ਲਈ ਵੀ ਅਗਰ ਸੈਲ ਡੈਥ ਹੋ ਗਈ ਤਾਂ ਹੋਰ ਨਵੇਂ ਸੈਲਸ ਚਾਹੀਦੇ ਨੇ ਤੇ ਉਹਦੇ ਲਈ ਵੀ ਸੈਲ ਡਿਵੀਜ਼ਨ ਹੁੰਦੀ ਹੈ। ਤਾਂ ਸੈਲ ਸਾਈਕਲ ਫਰੋਮ ਦੀ ਜਿਵੇਂ ਕਿ ਨਿਊ ਡਾਟਰ ਸੈਲ ਆਇਆ ਉਸ ਤੋਂ ਲੈ ਕੇ ਐਂਡ ਤੱਕ ਜਦੋਂ ਤੱਕ ਉਹ ਡਾਟਰ ਸੈਲ ਦੀ ਡੈਥ ਹੁੰਦੀ ਹੈ ਉਹ ਪੂਰੇ ਟਾਈਮ ਨੂੰ ਬੋਲਦੇ ਸੈਲ ਸਾਈਕਲ। ਤੇ ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਉਹ ਕੋਈ ਡਿਵੀਜ਼ਨ ਉਸ ਤੋਂ ਬਾਅਦ ਫਿਰ ਕਰੇ ਜਾਂ ਨਾ ਕਰੇ, ਜਾਂ ਇਹ ਵੀ ਹੋ ਸਕਦਾ ਕਿ ਜਿਹੜਾ ਡਾਟਰ ਸੈਲ ਆਇਆ ਉਹ ਅੱਗੇ ਜਾ ਕੇ ਹੋਰ ਡਿਵੀਜ਼ਨ ਕਰਕੇ ਨਿਊ ਡਾਟਰ ਸੈਲਸ ਬਣਾਵੇ, ਜਾਂ ਫਿਰ ਇਹ ਵੀ ਹੋ ਸਕਦਾ ਕਿ ਉਹ ਬਸ ਸੈਲ ਆਪਣਾ ਬੇਸਿਕ ਜਿਹੜੇ ਵੀ ਟਿਸ਼ੂ ਦਾ ਕੰਪੋਨੈਂਟ ਹੈ ਉਹ ਜਿਸ ਫੰਕਸ਼ਨ ਲਈ ਉਹ ਸਪੈਸ਼ਲਾਈਜ਼ ਹੈ ਉਹ ਵਰਕ ਕਰਕੇ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਏ। ਹੁਣ ਸੈਲ ਡਿਵੀਜ਼ਨ ਇਜ਼ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਕਿ ਅਗਰ ਕੋਈ ਵੀ ਸੈਲ ਡਿਵੀਜ਼ਨ ਹੁੰਦੀ ਹੈ ਉਹਦੇ ਨਾਲ ਕੀ ਪ੍ਰੋਸੈਸਿਸ ਹੁੰਦੇ ਨੇ, ਉਹਦੇ ਨਾਲ ਡੀਐਨਏ ਰੈਪਲੀਕੇਸ਼ਨ ਵੀ ਹੋਏਗੀ ਤੇ ਸੈਲ ਗਰੋਥ ਵੀ ਹੋਏਗੀ, ਦੋਨੋਂ ਚੀਜ਼ ਹੋਣਗੀ। ਉਸ ਤੋਂ ਬਾਅਦ ਆਲ ਥੀਸ ਪ੍ਰੋਸੈਸਿਸ ਮਤਲਬ ਕੋਈ ਵੀ ਪ੍ਰੋਸੈਸ ਹੈ ਜਿਵੇਂ ਕਿ ਸੈਲ ਡਿਵੀਜ਼ਨ ਦਾ, ਡੀਐਨਏ ਰੈਪਲੀਕੇਸ਼ਨ ਦਾ ਜਾਂ ਸੈਲ ਗਰੋਥ ਦਾ, ਹੈਂਸ ਹੈਵ ਟੂ ਟੇਕ ਪਲੇਸ ਇਨ ਅ ਕੋਆਰਡੀਨੇਟਡ ਵੇ।
ਅਗਰ ਕੋਈ ਵੀ ਪ੍ਰੋਸੈਸ ਹੁੰਦਾ ਅਗਰ ਹੁਣ ਆਪਣੀ ਲਿਵਿੰਗ ਬੋਡੀ ਦੇ ਅੰਦਰ ਕੋਈ ਕਿਸੇ ਵੀ ਲਿਵਿੰਗ ਆਰਗੈਨਿਜ਼ਮ ਦੇ ਕੋਈ ਵੀ ਪ੍ਰੋਸੈਸ ਹੋਣਾ ਤਾਂ ਉਹਦੇ ਉਹਨਾਂ ਸਭ ਦਾ ਇੱਕ ਕੋਆਰਡੀਨੇਟਡ ਵੇ ਹੋਣਾ ਚਾਹੀਦਾ, ਇੱਕ ਪ੍ਰੋਪਰ ਪੈਟਰਨ ਹੋਣਾ ਚਾਹੀਦਾ, ਪ੍ਰੋਪਰ ਪ੍ਰੋਸੀਜਰ ਹੁੰਦਾ ਜਿਹਦੇ ਥਰੂ ਹੀ ਉਹ ਸਾਰੇ ਕੰਮ ਹੁੰਦੇ ਨੇ ਤੇ ਉਹ ਸਾਰੇ functions takes place ਕਰਦੇ ਨੇ to ensure a correct division and formation of progeny cells. Suppose ਅਗਰ ਇਹ coordinated way 'ਚ ਨਹੀਂ ਹੋਇਆ ਤੇ ਇਹਦੇ ਵਿੱਚ ਕੋਈ hindrance ਆ ਗਈ, disruption ਆ ਗਈ ਜਾਂ ਫਿਰ ਕੋਈ ਸਟੈਪ ਮਿਸ ਹੋ ਗਿਆ ਜਾਂ ਫਿਰ ਕੋਈ ਸਟੈਪ ਗਲਤ ਹੋ ਗਿਆ ਤਾਂ ਉਸਦੇ ਕਰਕੇ ਸੈਲ ਡਿਵੀਜ਼ਨ ਪ੍ਰੋਪਰ ਨਹੀਂ ਹੋ ਪਾਏਗੀ ਜਾਂ ਤਾਂ ਫਿਰ ਪ੍ਰੋਜਨੀ ਸੈਲਸ ਬਣਨਗੇ ਹੀ ਨਹੀਂ ਕਿ ਸੈਲ ਸਾਈਕਲ ਉੱਥੇ ਹੀ ਖਤਮ ਹੋ ਜਾਏਗਾ, ਸਟਾਪ ਹੋ ਜਾਏਗਾ, ਜਾਂ ਫਿਰ ਜਿਹੜੇ ਸੈਲਸ ਬਣਨਗੇ ਉਹਨਾਂ ਦੇ ਅੰਦਰ ਕੁਝ ਮਿਊਟੇਸ਼ਨਸ ਹੋਣਗੇ ਜਾਂ ਫਿਰ ਐਬਨੋਰਮਲ ਸੈਲਸ ਹੋਣਗੇ ਤੇ ਇਮੀਡੀਏਟਲੀ ਉਹਨਾਂ ਦੀ ਡੈਥ ਹੋ ਜਾਏਗੀ। ਅਗਰ ਡੈਥ ਨਹੀਂ ਹੋਈ ਫਿਰ ਹੋ ਸਕਦੀ ਕਿ ਉਹਨਾਂ ਦੇ ਨਾਲ ਨਿਓਪਲਾਸਟਿਕ ਚੇਂਜਸ ਆ ਗਏ ਤੇ ਅੱਗੇ ਉਹ ਟਿਊਮਰ ਸੈਲਸ ਦੀ ਤਰ੍ਹਾਂ ਬਣਨੇ ਸ਼ੁਰੂ ਹੋ ਜਾਣਗੇ ਜਾਂ ਫਿਰ ਸੈਲ ਦੇ ਅੰਦਰ ਹੋਰ ਵੀ ਮਿਊਟੇਸ਼ਨਸ ਆ ਗਏ ਤੇ ਉਹਨਾਂ ਦੇ ਅੰਦਰ ਹੋਰ ਵੇਰੀਅਸ ਡਿਜ਼ੀਜ਼ਸ ਹੋ ਸਕਦੇ ਨੇ, ਕੋਈ ਵੀ ਮੈਟਾਬੋਲਿਕ ਡਿਜ਼ੀਜ਼ ਜਾਂ ਫਿਰ ਹੋਰ ਵੀ ਕੋਈ ਜੈਨੇਟਿਕ ਡਿਜ਼ੀਜ਼। ਫਿਰ ਉਸ ਤੋਂ ਬਾਅਦ ਆਇਆ ਕਿ ਕਰੈਕਟ ਡਿਵੀਜ਼ਨ ਤੇ ਫਾਰਮੇਸ਼ਨ ਆਫ ਪ੍ਰੋਜਨੀ ਸੈਲਸ ਲਈ ਇੰਟੈਕਟ ਜੀਨੋਮ ਇੰਪੋਰਟੈਂਟ ਹੈ ਕਿਉਂਕਿ ਜੀਨੋਮ ਹੀ ਹੈ ਜਿਹੜਾ ਬੇਸਿਕ ਫੰਕਸ਼ਨ ਆਫ ਸੈਲ ਨੂੰ ਗਵਰਨ ਕਰਦਾ ਹੈ। ਉਹ ਜੀਨੋਮ ਦੇ ਬੇਸਿਸ ਤੇ ਹੀ ਟ੍ਰਾਂਸਕ੍ਰਿਪਸ਼ਨ ਟ੍ਰਾਂਸਲੇਸ਼ਨ ਦੇ ਥਰੂ ਪ੍ਰੋਟੀਨ ਸਿੰਥੇਸਿਸ ਹੁੰਦੇ ਤੇ ਬਾਕੀ ਸਾਰੇ ਬਾਇਓਲੋਜੀਕਲ ਪ੍ਰੋਸੈਸਸ ਹੁੰਦੇ ਨੇ। The sequence of event by which cell duplicates its genome, synthesizes the other constituents of the cell, and eventually divides into two daughter cells is termed cell cycle. हुने दित्ती गई हो रही cell cycle की definition. This is important for your theory exams as well. Obviously, तो MCQ तो बनेगा ही, तो ये need लिए भी important है ये line. कि the sequence of events by which cell duplicates its genome. जीनोम की डुप्लीकेशन हो गई, फिर उसके बाद सिंथेसाइजेस अदर कॉन्स्टिट्यूएंट्स ऑफ द सेल। अदर कॉन्स्टिट्यूएंट्स ऑफ द सेल अगर सपोज कोई भी सेल ਨੂੰ ਡਿਵਾਈਡ ਕਰਨਾ ਹੈ ਤਾਂ ਸਿਰਫ ਨਿਊਕਲੀਅਸ ਹੀ ਨਹੀਂ ਹੈ ਨਾ ਜਿਹੜਾ ਚਾਹੀਦਾ, ਸੈਲ ਦੇ ਬਾਕੀ ਸਾਈਟੋਪਲਾਜ਼ਮ ਤੇ ਉਹਦੀ ਆਰਗੇਨੇਲੀਜ਼, ਮਾਈਟੋਕੌਂਡਰੀਆ, ਰਾਈਬੋਸੋਮ, ਈਆਰ ਵਗੈਰਾ ਸਭ ਕੁਝ ਚਾਹੀਦਾ, ਤਾਂ ਉਹਨਾਂ ਦਾ ਸਿੰਥੇਸਿਸ ਵੀ ਹੋਣਾ ਇੰਪੋਰਟੈਂਟ ਹੈ। ਐਂਡ ਇਵੈਂਚੁਅਲੀ ਡਿਵਾਈਡਸ ਇਨਟੂ ਟੂ ਡਾਟਰ ਸੈਲਸ। ਇਵੈਂਚੁਅਲੀ ਇਹ ਤਾਂ ਹੋ ਗਿਆ ਕਿ ਸੈਲ ਦੇ ਅੰਦਰ ਜਿੰਨਾ ਵੀ ਮਟੀਰੀਅਲ ਹੈ, ਮਤਲਬ ਜਿੰਨਾ ਵੀ ਸਾਈਟੋਪਲਾਜ਼ਮ ਹੈ, ਜਿਹੜਾ ਵੀ जेनेटिक मटीरियल है वो सब मल्टीप्लाई कर गया है, बट उसके बाद सैल डिवीजन होना भी इंपॉर्टेंट है फॉर ताई उन्होंने पूरा एवं सैल साइकिल बोलेंगे तो सैल डिवीजन बोलेंगे कि हुई है। ऑल दिस cell growth in terms of cytoplasm increase is a continuous process. DNA synthesis only occurs during one specific stage in the cell cycle. ਹੁਣ ਇੱਕ ਬਹੁਤ ਹੀ ਇੰਪੋਰਟੈਂਟ ਲਾਈਨ ਹੈ, ਇਹਦਾ ਮਤਲਬ ਅੱਗੇ ਜਾ ਕੇ ਸੈਲ ਸਾਈਕਲ ਦੇ ਜਦੋਂ ਆਪਾਂ ਫੇਜ਼ਸ ਪੜਾਂਗੇ ਉਹਦੇ ਨਾਲ ਸਮਝ ਆ ਜਾਏਗਾ ਕਿ ਜਿਹੜਾ ਗਰੋਥ ਹੈ, ਸੈਲ ਗਰੋਥ ਉਹ ਤੇ ਕੰਟੀਨਿਊਸ ਪ੍ਰੋਸੈਸ ਹੈ ਕਿ ਸਾਈਟੋਪਲਾਜ਼ਮ ਤੇ ਇੰਕਰੀਜ਼ ਹੋਏਗਾ ਹੀ, ਬਟ ਜਿਹੜਾ ਡੀਐਨਏ ਸਿੰਥੇਸਿਸ ਹੈ ਨਾ ਉਹ ਇੱਕ ਸਿਰਫ ਸਪੈਸੀਫਿਕ ਫੇਜ਼ ਦੇ ਟਾਈਮ ਹੁੰਦਾ, ਸਪੈਸੀਫਿਕ ਸਟੇਜ ਤੇ ਹੁੰਦਾ ਸੈਲ ਸਾਈਕਲਸ, ਜਿਹਨੂੰ ਕਿ ਆਪਾਂ ਬੋਲਾਂਗੇ ਐਸ ਫੇਜ਼। ਉਸ ਤੋਂ ਬਾਅਦ ਐਸ ਫੇਜ਼ ਉਹ ਆਪਾਂ ਲਿਖ ਕੇ ਰੱਖ ਦਿੰਦੇ ਹਾਂ। फिर उसके बाद the replicated chromosomes are then distributed into daughter nuclei by complex series of events. Replicated chromosomes है वो distribute हो जाएंगे तो complex series of events होएगी during the cell division. These events are themselves under genetic control. ठीक है, मतलब ਜਿਹੜਾ genetic control है, ਜਿਹੜਾ अपना chromosomal material है या फिर DNA है, ਉਹਦੇ ਅੰਦਰ ਸੈਲ ਸਾਈਕਲ ਨੂੰ, ਸੈਲ ਡਿਵੀਜ਼ਨ ਨੂੰ ਗਵਰਨ ਕਰਨ ਲਈ ਵੀ ਜੀਨਸ ਹੈਗੀਆਂ ਨੇ ਤੇ ਉਹੀ ਜੀਨਸ ਹੈ ਜਿਹੜਾ ਇਹ ਸੈਲ ਸਾਈਕਲ ਨੂੰ ਵੀ ਗਵਰਨ ਕਰਦੇ ਨੇ। ਜੀਨਸ ਇਹ ਵੀ ਡਿਸਾਈਡ ਕਰਦੇ ਨੇ ਕਿ ਕਿਸੇ ਸੈਲ ਦਾ ਲਾਈਫ ਸਪੈਨ ਕੀ ਹੈ ਤੇ ਉਹਦੀ ਡੈਥ ਕਦੋਂ ਹੋਣੀ ਹੈ। ਅਗਰ ਸਪੋਜ਼ ਇਹਨਾਂ ਵਾਲੀ ਸੈਲ ਡਿਵੀਜ਼ਨ ਵਾਲੀ ਜੀਨਸ ਦੇ ਅੰਦਰ ਕੋਈ ਮਿਊਟੇਸ਼ਨ ਹੋ ਗਈ ਜਾਂ ਫਿਰ ਕੁਝ ਚੇਂਜ ਆ ਗਿਆ ਜਾਂ ਫਿਰ ਕੁछ म्यूटेंट आ गया तो या फिर कोई डिफरेंट एलील होवे डिफरेंट ऑर्गेनिजम्स के अंदर तो उन्हां दे करके भी डिफरेंट सेल्स डिफरेंट कैरेक्टरिस्टिक्स एग्जिबिट कर सकते हैं। सपोज कोई सेल है कि उधर एपोप्टोसिस नहीं हो रहा तो मतलब वो सेल ता बहुत ज्यादा टाइम ਲਈ ਉਹਦੀ ਡੈਥ ਹੀ ਨਹੀਂ ਹੋਏਗੀ ਤੇ ਐਵੇਂ ਹੀ ਕਰਕੇ ਜਿਹੜੇ ਸੈਲਸ ਉਹ ਸਾਰੇ ਨਿਓਪਲਾਸਟਿਕ ਚੇਂਜਸ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਤੇ ਉਹ ਟਿਊਮਰ ਸੈਲਸ ਬਣ ਜਾਂਦੇ ਨੇ। ਹੁਣ ਆਏਗਾ ਕਿ ਫੇਜ਼ਸ ਆਫ ਸੈਲ ਸਾਈਕਲ ਕੀ ਹੈ। ਠੀਕ ਹੈ, ਫੇਜ਼ਸ ਆਫ ਸੈਲ ਸਾਈਕਲ ਚ ਕੀ ਹੁੰਦੇ ਕਿ ਟਿਪੀਕਲ ਯੂਕੈਰੀਓਟਿਕ ਸੈਲ ਸਾਈਕਲ ਹੁੰਦਾ ਹੈ, ਉਹ ਹਿਊਮਨ ਸੈਲਸ ਦੇ ਅੰਦਰ ਵੀ ਟਿਪੀਕਲ ਯੂਕੈਰੀਓਟਿਕ ਸੈਲ ਸਾਈਕਲ ਦੇਖਿਆ ਜਾਂਦਾ ਹੈ ਤੇ these cells divide once approximately every 24 hours। ਕਿੰਨੇ ਚ ਡਿਵਾਈਡ ਕਰਦੇ ਨੇ? once
approximately in every 24 hours. However, this duration of cell cycle can vary from organism to organism and also from cell type to cell type. मतलब ऑर्गेनिज्म टू ऑर्गेनिज्म भी वेरी करेगा ਤੇ ਸੈਲ ਟਾਈਪ ਟੂ ਸੈਲ ਟਾਈਪ ਵੀ ਵੇਰੀ ਕਰੇਗਾ। ਇਹ ਤਾਂ ਆਬਵੀਅਸ ਹੈ। ਸਪੋਜ਼ ਜਿਹੜੇ ਆਪਣੇ ਨਿਊਰੋਨਸ ਹੈ ਨਿਊਰੋਨਸ ਹੈ ਉਹ ਤਾਂ ਰੈਪਲੀਕੇਟ ਕਰਦੇ ਹੀ ਨਹੀਂ। ਜਦੋਂ ਐਮਬ੍ਰੀਓਨਿਕ ਡਿਵੈਲਪਮੈਂਟ ਹੋ ਗਈ, ਬੇਬੀ ਦਾ ਬਰਥ ਹੋ ਗਿਆ, ਕੁਝ ਟਾਈਮ ਤੱਕ ਅਰਾਊਂਡ ਮਤਲਬ 2 years ਤੱਕ ਬ੍ਰੇਨ ਦੀ ਡਿਵੈਲਪਮੈਂਟ ਹੋ ਜਾਂਦੀ ਹੈ। ਉਹਦੇ ਵਿੱਚ ਜਿਹੜੇ ਨਿਊਰੋਨਸ ਹੈ ਉਹ ਨਹੀਂ ਰੀਜਨਰੇਟ ਕਰਦੇ। ਉਹਨਾਂ ਦੇ ਜਿਹੜੇ ਪ੍ਰੋਸੈਸਿਸ ਹੁੰਦੇ ਨੇ ਡੈਂਡਰਾਈਟਸ ਤੇ ਉਹਨਾਂ ਦਾ ਐਕਸਨ, ਉਹਨਾਂ ਦੀ ਗਰੋਥ ਹੁੰਦੀ ਹੈ। ਤੇ ਉਹ ਹੋਣ ਤੋਂ ਬਾਅਦ ਤੇ ਨਿਊਰੋਨਸ ਅਗਰ ਇੱਕ ਵਾਰ ਨਿਊਰੋਨਲ ਡੈਥ ਹੋ ਗਈ ਹੈ ਤਾਂ ਉਹਦੇ ਦਾ ਡਿਵੀਜ਼ਨ ਹੁੰਦੀ ਹੀ ਨਹੀਂ ਹੈ, ਤਾਂ ਕਰਕੇ ਉਹ ਇਰਰਿਪਲੇਸੇਬਲ ਹੋ ਜਾਏਗਾ। ਬਟ ਉਸਦੇ ਆਪੋਜ਼ਿਟ ਅਗਰ ਦੇਖਿਆ ਜਾਵੇ, ਐਪੀਥੀਲੀਅਲ ਟਿਸ਼ੂ ਹੈ ਉਹ ਇਟ ਇਜ਼ ਹਾਈਲੀ ਡਿਵਾਈਡਿੰਗ ਟਿਸ਼ੂ। ਜਿਵੇਂ ਆਪਣੀ ਸਕਿਨ ਹੈ, ਸਕਿਨ ਵੀ ਪੂਰੀ ਕੈਰਾਟਿਨਾਈਜ਼ ਸਟ੍ਰੈਟੀਫਾਈਡ ਸਕੁਆਮਸ ਐਪੀਥੀਲੀਅਮ ਹੈ। ਤਾਂ ਉਹ ਤਾਂ ਰੋਜ਼ ਮਤਲਬ ਡਿਵਾਈਡ ਕਰਦੇ ਰਹਿੰਦੇ ਆ। ਆਪਾਂ ਕਾਫੀ ਵਾਰ ਦੇਖਦੇ ਹੋਵਾਂਗੇ ਕਿ ਸਕਿਨ ਦੀ ਪੀਲਿੰਗ ਹੋ ਰਹੀ ਹੈ ਜਾਂ ਫਿਰ ਕੋਈ ਰੈਸ਼ ਹੋ ਗਿਆ, ਵੂੰਡ ਹੋ ਗਈ, ਤਾਂ ਆਫਟਰ ਸਮ ਟਾਈਮ ਆਫਟਰ ਜਿਵੇਂ ਕਿ ਅਗਰ ਰੈਸ਼ਿਸ ਹੈ ਤਾਂ 1 to 2 weeks ਦੇ ਅੰਦਰ ਉਹ ਰਿਜ਼ੋਲਵ ਹੋ ਜਾਂਦੇ ਨੇ, ਉਹਨਾਂ ਦੀ ਕਿਉਰ ਹੋ ਜਾਂਦੇ ਨੇ ਤੇ ਜਿਹੜੀ ਬਾਕੀ ਆਪਣੀ ਨਾਰਮਲ ਸਕਿਨ ਹੈ ਉਹ ਠੀਕ ਉਹਨਾਂ ਦੀ ਜਗ੍ਹਾ ਲੈ ਲੈਂਦੀ ਹੈ। ਤਾਂ ਮਤਲਬ ਇਹ ਤਾਂ ਡਿਵਾਈਡਿੰਗ ਟਿਸ਼ੂ ਹੈ। ਤੇ ਇਹ ਕਰਕੇ ਸੈਲ ਟਾਈਪ ਟੂ ਸੈਲ ਟਾਈਪ ਦੇ ਉੱਤੇ ਵੀ ਵੇਰੀ ਕਰਦੇ ਕਿ ਉਹਨਾਂ ਦੀ ਸੈਲ ਸਾਈਕਲ ਦੀ ਡਿਊਰੇਸ਼ਨ ਕੀ ਹੈ ਤੇ ਕਦੋਂ ਡਿਵਾਈਡ ਕਰਨਗੇ ਤੇ ਉਹਨਾਂ ਦਾ ਡਿਊਰੇਸ਼ਨ ਦਾ ਮਤਲਬ ਡਿਊਰੇਸ਼ਨ ਲਾਈਫ ਸਪੈਨ ਕੀ ਹੈ ਤੇ ਡਿਊਰੇਸ਼ਨ ਆਫ ਡਿਵੀਜ਼ਨ ਕਿੰਨਾ ਟਾਈਮ ਲੱਗਦਾ ਉਹਨਾਂ ਨੂੰ ਡਿਵਾਈਡ ਕਰਨ ਦੇ। ਜਿਵੇਂ ਹੁਣ ਈਸਟ ਦੇਖੀਏ, ਈਸਟ ਨੂੰ ਤਾਂ 90 ਮਿੰਟਸ ਲੱਗਦੇ ਸਿਰਫ ਡਿਵਾਈਡ ਕਰਨ ਦੇ। ਤਾਂ ਹੁਣ ਜਿਹੜਾ ਸੈਲ ਸਾਈਕਲ ਹੈ 2 ਬੇਸਿਕ ਫੇਸਿਸ ਦੇ ਅੰਦਰ ਡਿਵਾਈਡਡ ਹੈ, ਇੰਟਰਫੇਸ ਤੇ ਐਮ ਫੇਸ ਵਿਚ ਇਜ਼ ਮਾਈਟੋਸਿਸ ਫੇਸ। ਹੁਣ ਜਿਹੜਾ ਐਮ ਫੇਸ ਹੈ ਨਾ, ਇਹ ਮਿਓਸਿਸ ਤੇ ਮਾਈਟੋਸਿਸ ਲਈ ਡਿਫਰੈਂਟ ਹੁੰਦਾ। ਮਾਈਟੋਸਿਸ ਦੇ ਅੰਦਰ ਜਿਹੜਾ ਆਪਣਾ ਜੈਨੇਟਿਕ ਮਟੀਰੀਅਲ ਹੈ ਉਹ ਸੇਮ ਰਹਿੰਦਾ। ਜਿਵੇਂ ਸਪੋਜ਼ ਫॉर ਐਗਜ਼ਾਮਪਲ ਆਪਾਂ ਹੁਣ ਹਿਊਮਨਸ ਦੀ ਗੱਲ ਕਰੀਏ ਕ੍ਰੋਮੋਸੋਮ ਨੰਬਰ ਦੇ ਟਰਮਸ, ਤਾਂ ਹਿਊਮਨਸ ਦੇ ਅੰਦਰ ਕੀ ਹੁੰਦੇ ਨੇ 46 + XY ਮਤਲਬ 23 ਪੇਅਰਸ ਹੈ ਜਿਨ੍ਹਾਂ ਦੇ ਅੰਦਰ ਲਾਸਟ ਪੇਅਰ ਆਪਣਾ XX ਜਾਂ ਫਿਰ XY ਹੋਏਗਾ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਕੀ ਕਰਾਂ, ਇਹਨੂੰ ਆਪਾਂ 44 + XY ਲਿਖ ਦਿੰਦੇ ਹਾਂ। ਠੀਕ ਹੈ, ਹੁਣ ਜਿਹੜਾ ਮਾਈਟੋਸਿਸ ਹੋਇਆ, ਮਾਈਟੋਸਿਸ ਦੇ ਅੰਦਰ ਤੇ 46 ਨੰਬਰ ਕਾਂਸਟੈਂਟ ਹੀ ਰਹੇਗਾ, ਬਟ ਮਿਓਸਿਸ ਦੇ ਅੰਦਰ ਉਹ ਡਿਵਾਈਡ ਹੋ ਜਾਏਗਾ ਕਿ 23 ਕ੍ਰੋਮੋਸੋਮਸ ਹੀ ਰਹਿਣਗੇ ਤੇ ਜੈਨੇਟਿਕ ਮਟੀਰੀਅਲ ਹਾਫ ਹੋ ਜਾਏਗਾ। ਠੀਕ ਹੈ, ਤਾਂ ਇਸ ਕਰਕੇ ਜਿਹੜਾ ਐਮ ਫੇਸ ਹੈ ਨਾ ਉਹ ਮਾਈਟੋਸਿਸ ਤੇ ਮਿਓਸਿਸ ਦੇ ਅੰਦਰ ਥੋੜਾ ਡਿਫਰੈਂਟ ਹੁੰਦਾ। ਆਪਾਂ ਪਹਿਲਾਂ ਹੁਣ ਜਨਰਲ ਥੋੜਾ ਐਮ ਫੇਸ ਦੇ ਬਾਰੇ ਪੜਾਂਗੇ ਤੇ ਉਸ ਤੋਂ ਬਾਅਦ ਇੰਟਰਫੇਸ ਦੇ ਬਾਰੇ ਪੜਾਂਗੇ ਕਿ ਇੰਟਰਫੇਸ ਦੇ ਅੰਦਰ ਕੀ ਹੁੰਦਾ। ਹੁਣ ਕੁਝ ਹੋਰ ਟਰਮਸ ਵੀ ਨੇ। ਜਿਹੜਾ ਆਪਣਾ ਇੰਟਰਫੇਸ ਹੈ ਨਾ, ਇੰਟਰਫੇਸ ਦੇ ਕਾਫੀ ਸਾਰੇ ਡਿਫਰੈਂਟ ਨੇਮਸ ਨੇ ਤੇ ਕੁਐਸਚਨ ਦੇ ਅੰਦਰ ਕਦੇ-ਕਦੇ ਉਹ ਡਿਫਰੈਂਟ ਨੇਮਸ ਵੀ ਆ ਜਾਂਦੇ ਨੇ ਜਿਨ੍ਹਾਂ ਨਾਲ ਆਪਾਂ ਕਨਫਿਊਜ਼ ਹੋ ਸਕਦੇ ਹਾਂ। ਤੇ ਜਿਹੜਾ ਇੰਟਰਫੇਸ ਹੈ ਇਟ ਇਜ਼ ਆਲਸੋ ਕਾਲਡ resting phase, most active phase, growth phase ਤੇ preparatory phase। resting phase ਤਾਂ ਇਸ ਲਈ ਬੋਲਤਾ ਕਿ ਸੈਲ ਇਸ ਟਾਈਮ ਤੇ ਮਤਲਬ ਐਸੇ ਚ ਆਪਾਂ ਨੂੰ ਕੋਈ ਕ੍ਰੋਮੋਸੋਮਲ ਡਿਵੀਜ਼ਨ ਜਾਂ ਫਿਰ ਐਵੇਂ ਐਕਚੁਅਲ ਸਾਈਟੋਪਲਾਜ਼ਮਿਕ ਡਿਵੀਜ਼ਨ ਨਹੀਂ ਦਿਖਦੀ ਹੈ। ਬਟ ਇਹ resting phase ਇਹਨੂੰ ਬੋਲਣਾ ਥੋੜਾ ਆਇਰੋਨਿਕਲ ਹੋ ਜਾਏਗਾ ਕਿਉਂਕਿ ਇਟ ਇਜ਼ ਆਲਸੋ ਕਾਲਡ ਮੋਸਟ ਐਕਟਿਵ ਫੇਸ। ਮੋਸਟ ਐਕਟਿਵ ਫੇਸ ਕਿਉਂ? ਕਿਉਂਕਿ ਇੰਟਰਫੇਸ ਹੀ ਇਹ ਚੀਜ਼ ਦੇ ਅੰਦਰ ਪੂਰਾ ਸਾਈਟੋਪਲਾਜ਼ਮਿਕ ਮਟੀਰੀਅਲ ਡੁਪਲੀਕੇਟ ਕਰਦੇ, ਰੈਪਲੀਕੇਟ ਕਰਦੇ ਤੇ ਉਹਦੀ ਅਮਾਊਂਟ ਡਬਲ ਹੋ ਜਾਂਦੀ ਹੈ ਫॉर ਸੈਲ ਡਿਵੀਜ਼ਨ, ਤੇ ਇਟ ਇਜ਼ ਆਲਸੋ ਕਾਲਡ ਮੋਸਟ ਐਕਟਿਵ ਫੇਸ। ਸਿੰਸ ਉਰੇ ਪੂਰੀ ਪ੍ਰੈਪਰੇਸ਼ਨ ਹੋ ਰਹੀ ਹੈ ਕਿ ਪ੍ਰੋਟੀਨ ਸਿੰਥੇਸਿਸ ਹੋ ਰਿਹਾ, ਲਿਪਿਡ ਸਿੰਥੇਸਿਸ ਹੋ ਰਿਹਾ, ਬਾਕੀ ਸਾਰੀ ਆਰਗੇਨੇਲਸ ਦੀ ਡਿਵੀਜ਼ਨ ਹੋ ਰਹੀ ਹੈ, ਤਾਂ ਇਹਨੂੰ ਪ੍ਰੈਪਰੇਟਰੀ ਫੇਸ ਵੀ ਬੋਲਾਂਗੇ। ਉਸ ਤੋਂ ਬਾਅਦ ਇਟ ਇਜ਼ ਆਲਸੋ ਕਾਲਡ ਗਰੋਥ ਫੇਸ ਕਿਉਂਕਿ ਗਰੋਥ ਤਾਂ ਆਬਵੀਅਸਲੀ ਹੋ ਹੀ ਰਹੀ ਹੈ ਇਹਦੇ ਅੰਦਰ। ਠੀਕ ਹੈ, ਹੁਣ ਜਿਹੜਾ ਇੰਟਰਫੇਸ ਹੈ ਨਾ ਇਟ ਇਜ਼ ਦ ਲੌਂਗੈਸਟ ਫੇਜ਼ ਆਫ ਸੈਲ ਸਾਈਕਲ। ਇੰਟਰਫੇਸ ਇਜ਼ ਦੀ ਲੌਂਗੈਸਟ ਫੇਜ਼ ਆਫ ਸੈਲ ਸਾਈਕਲ। ਉਸ ਤੋਂ ਬਾਅਦ ਜਿਹੜਾ M phase या माइटोसिस phase है, it is called the most dynamic phase ਕਿਉਂਕਿ ਇਹਦੇ ਅੰਦਰ ਆਪਾਂ ਨੂੰ ਐਕਚੁਅਲੀ ਮਾਈਕਰੋਸਕੋਪ ਦੇ ਅੰਦਰ ਅਗਰ ਆਪਾਂ ਦੇਖਾਂਗੇ ਤੇ ਆਪਾਂ ਨੂੰ
ਇੱਕ ਲਾਈਨ ਦੇ ਅੰਦਰ ਸਾਰੇ ਸਾਈਟੋਕ੍ਰੋਮਸ ਨੇ, ਕ੍ਰੋਮੋਸੋਮਸ ਅਲਾਈਨ ਹੁੰਦੇ ਦਿਖਣਗੇ ਆਪਾਂ ਨੂੰ, ਸੈਂਟਰੀਓਲਸ ਦਿਖਣਗੇ, ਫਿਰ ਆਪਾਂ ਨੂੰ ਸਪਿੰਡਲ ਫਾਈਬਰਸ ਵਗੈਰਾ ਸਭ ਇਸੇ ਦੇ ਅੰਦਰ ਦਿਖਦਾ, which is mitosis phase or M phase. So it is called the most dynamic phase and also called the most dramatic phase. Most dramatic phase. ठीक है, उसके बाद हम आगे कि जो M phase है, the M phase represents the phase when the actual cell division or the mitosis occur. ਜਿਵੇਂ ਕਿ ਉਹਨੇ ਦੱਸਿਆ ਗਿਆ ਕਿ actual cell division ਜਾਂ ਫਿਰ mitosis ਜਿਹੜੀ ਆਪਾਂ ਨੂੰ ਦਿਖਦੀ ਹੈ ਉਹ M phase ਦੇ ਅੰਦਰ ਹੀ ਹੁੰਦੀ ਹੈ, and the interphase represents the phase between the two successive M phase ਦੇ ਵਿੱਚ ਜਿਹੜਾ ਵੀ time period ਹੁੰਦਾ ਉਹਨੂੰ ਆਪਾਂ ਬੋਲਾਂਗੇ interphase. It is significant to note that in 24 hours, average duration of cell cycle of the human cell division proper lasts only for about an hour, and the interphase has last more than 95% of the duration of cell cycle. ਇਸ ਕਰਕੇ ਜਿਹੜਾ M phase interphase ਹੈ, that is the longest phase. Interphase 95% of the duration of cell cycle. ਜਿਹੜਾ proper cell division है, duration of cell cycle, cell division proper lasts only for an hour. ठीक है, ਉਸ ਤੋਂ ਬਾਅਦ ਜਿਹੜਾ M phase ਹੈ starts with nuclear division corresponding to separation of daughter chromosomes and usually ends with the division of cytoplasm. ਤੇ daughter division chromosomes ਦੀ separation ਨੂੰ ਬੋਲਾਂਗੇ karyokinesis. This division of cytoplasm is called cytokinesis. ਤੇ important terms ਨੇ ਯਾਦ ਰੱਖਣਾ ਚਾਹੀਦਾ। ਤੇ ਹੁਣ ਉਰੇ ਵੀ MCQ ਬਣ ਸਕਦੇ ਕਿ corresponds to the separation ਕਿ starts with nuclear division ਹੁੰਦਾ ਤੇ end ਕਿਹਦੇ ਨਾਲ ਹੁੰਦਾ, ends with division of cytoplasm. ਠੀਕ ਹੈ, ਹੁਣ ਉਰੇ ਦੱਸਿਆ ਗਿਆ ਕਿ ਜਿਹੜਾ interphase ਹੈ ਉਹਨੂੰ ਆਪਾਂ resting phase ਵੀ ਬੋਲਦੇ ਹਾਂ। Interphase, also called the resting phase, it is the duration, it is the time during which the cell is preparing for the division by undergoing both cell growth and DNA replication. Cell growth भी होगी, DNA replication भी होगी, किਵੇਂ होएगी, orderly manner ਚ। ਠੀਕ ਹੈ, ਹੁਣ ਜਿਹੜਾ ਆਪਣਾ ਇਹ ਇੰਟਰਫੇਜ਼ ਹੈ ਉਹਨੂੰ ਅੱਗੇ 3 phases ਚ ਡਿਵਾਈਡ ਕੀਤਾ ਗਿਆ, G1, S phase and G2 phase। ਠੀਕ ਹੈ, ਹੁਣ ਆਪਾਂ ਇਹਨਾਂ ਦੇ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਕੀ ਆ ਗਿਆ ਕਿ G1 phase ਕੀ ਹੈ। ਜਿਹੜਾ G1 phase ਹੈ, ਹੁਣ ਆਪਾਂ ਇੱਕ ਡਾਇਗਰਾਮ ਦਿੱਤੀ ਗਈ ਹੈ, ਇਹਨੂੰ ਉਸ ਤੋਂ ਬਾਅਦ ਵਾਪਸ ਪਹਿਲਾਂ ਓਵਰਵਿਊ ਲਵਾਂਗੇ ਇੰਟਰਫੇਸ ਦਾ ਤੇ ਡਾਇਗਰਾਮ ਤੇ ਵਾਪਸ ਆਉਂਦੇ ਤੇ ਡਿਟੇਲਸ ਫਿਰ ਕਵਰ ਕਰਾਂਗੇ ਇਹਨੂੰ ਕਿ G1 phase ਹੈ, S phase ਹੈ, G2 phase ਹੈ, ਉਸ ਤੋਂ ਬਾਅਦ M phase ਹੈ। M phase ਦੇ ਸਟੇजेस ਲਿਖਿਆ ਨੇ ਉਰੇ, ਪ੍ਰੋਫੇਜ਼, ਮੈਟਾਫੇਜ਼, ਐਨਾਫੇਜ਼, ਟੀਲੋਫੇਜ਼ ਤੇ ਐਂਡ ਤੇ ਸਾਈਟੋਕਾਈਨੇਸਿਸ। ਉਹਨੇ ਦਿਖਾਇਆ ਕਿ ਜਿਹੜਾ ਸਾਈਟੋਕਾਈਨੇਸਿਸ ਹੈ ਉਹ M phase ਦਾ ਹੀ ਪਾਰਟ ਹੈ ਤੇ ਇਸ ਨਾਲ ਕਨਫਿਊਜ਼ ਨਹੀਂ ਹੋਣਾ ਹੈ ਕਿ ਸਾਈਟੋਕਾਈਨੇਸਿਸ ਇਜ਼ ਅ ਡਿਫਰੈਂਟ ਸਟੇਜ ਜਾਂ ਡਿਫਰੈਂਟ ਫੇਜ਼। ਹੁਣ ਜਿਹੜਾ G1 phase ਹੈ ਇਹ ਕੋਰਸਪੌਂਡ ਕਿਹਦੇ ਨਾਲ ਕਰਦੇ, ਇੰਟਰਵਲ ਬਿਟਵੀਨ ਮਾਈਟੋਸਿਸ ਐਂਡ ਇਨੀਸ਼ੀਏਸ਼ਨ ਆਫ DNA ਰੈਪਲੀਕੇਸ਼ਨ। ਇੰਟਰਵਲ ਬਿਟਵੀਨ ਮਾਈਟੋਸਿਸ, ਹੁਣ ਉਹਦੇ ਮਾਈਟੋਸਿਸ ਦਾ ਕੀ ਮਤਲਬ ਹੈ, ਉਹਦੇ ਮਾਈਟੋਸਿਸ ਦਾ ਮਤਲਬ ਹੈ ਕਿ M phase ਜਦੋਂ ਖਤਮ ਹੋ ਗਿਆ, end of M phase ਤੇ ਉਸ ਤੋਂ ਬਾਅਦ ਇਨੀਸ਼ੀਏਸ਼ਨ ਆਫ DNA ਰੈਪਲੀਕੇਸ਼ਨ, ਇਹਨਾਂ ਦੋਨਾਂ ਦੇ ਵਿੱਚ ਦਾ ਜਿਹੜਾ ਟਾਈਮ ਹੈ ਉਹਨੂੰ ਆਪਾਂ ਬੋਲਾਂਗੇ G1 phase। ਨਾਲੇ ਹੁਣ ਡਿਊਰਿੰਗ G1 phase ਕੀ ਹੁੰਦਾ, cell is metabolically active, continuously grows but do not replicate its DNA। metabolically active ਵੀ ਹੋਏਗਾ, growth ਵੀ continuously ਹੋਏਗੀ but DNA replication ਨਹੀਂ ਹੁੰਦੀ। ਔਰ ਹੁਣ ਜਿਹੜਾ S phase ਜਾਂ synthesis phase ਹੈ ਇਹ ਕਿਹੜਾ ਪੀਰੀਅਡ ਹੁੰਦਾ, marks the period during which DNA synthesis or replication takes place। ਹੁਣ ਅਗਰ ਪੁੱਛਿਆ ਜਾਵੇ ਕਿ ਸੈਲ ਸਾਈਕਲ ਦੇ ਕਿਹੜੇ ਫੇਜ਼ ਦੇ ਅੰਦਰ DNA ਰੈਪਲੀਕੇਸ਼ਨ ਜਾਂ ਫਿਰ DNA ਸਿੰਥੇਸਿਸ ਹੁੰਦਾ ਤਾਂ ਉਹਨੂੰ ਆਪਾਂ ਬੋਲਾਂਗੇ S phase ਜਾਂ ਫਿਰ synthesis phase। ਫਿਰ ਉਸ ਤੋਂ ਬਾਅਦ ਆਏਗਾ during this time the amount of DNA per cell doubles, कि DNA per cell की होएगा डबल हो जाएगा। If the initial amount of DNA is denoted as 2C, then it increases to 4C। ਹੁਣ ਦੇਖੋ ਪੂਰੇ ਚੈਪਟਰ ਚ ਅੱਗੇ ਜਦੋਂ ਆਪਾਂ ਸੈਲ ਸਾਈਕਲ ਤੇ ਡਿਵੀਜ਼ਨ ਡਿਟੇਲ ਚ ਇਹਨਾਂ ਦੇ ਫੇਸਿਸ ਪੜਾਂਗੇ ਤੇ ਜਦੋਂ ਜੈਨੇਟਿਕ ਮਟੀਰੀਅਲ ਦਾ ਡਿਵੀਜ਼ਨ ਜਾਂ ਡੁਪਲੀਕੇਸ਼ਨ ਹੋਏਗੀ ਆਪਾਂ ਹਮੇਸ਼ਾ ਇਹ ਮਤਲਬ ਟਰਮੀਨੋਲੋਜੀ ਜਾਂ ਫਿਰ ਇੱਕ ਐਬਰੀਵੀਏਸ਼ਨ ਯੂਜ਼ ਕਰਾਂਗੇ C ਜਾਂ ਫਿਰ 2C।
ਹੁਣ ਉਰੇ सी जिवें क्रोमोसोम हो गया ना, या फिर क्रोमैटिड या फिर जेनेटिक मटीरियल, तो अगर अकेला कल्ला सी लिखिया जिवें 1C, ते ਇਹਦਾ मतलब है कि ਇਹਦਾ हाफ ऑफ दी नॉर्मल जेनेटिक मटीरियल मतलब डिप्लॉयड नहीं है, ठीक है। ਜਦੋਂ ਆਪਾਂ 2C ਲਿਖਾਂਗੇ ਤੇ मतलब डिप्लॉयड है। फिर उस तो बाद जो 4C हो गया मतलब उसका भी डबल हो गया, तो जेनेटिक मटीरियल नॉर्मली अगर 2C ਹੁੰਦਾ ਤਾਂ ਫਿਰ जो ਸੈਲ ਡਿਵੀਜ਼ਨ ਹੋ ਗਈ S ਫੇਸ ਹੋ ਗਿਆ ਜਾਂ S ਫੇਸ ਦੇ ਅੰਦਰ ਆਪਾਂ ਕੀ ਬੋਲਾਂਗੇ, ਜਿਹੜਾ जेनेटिक मटीरियल है वो डबल होके 4C हो गया है। However, there is no increase in chromosome number, ठीक है, there is no increase in chromosome number। ਹੁਣ ਐਵੇਂ ਕਿਉਂ ਬੋਲੇਗਾ क्रोमोसोम नंबर ਦੇ ਅੰਦਰ ਇੰਕਰੀਜ਼ ਨਹੀਂ ਹੈ? ਜਦੋਂ ਵੀ ਆਪਣਾ ਸੈਲ ਇੰਟਰਫੇਸ ਦੇ ਅੰਦਰ ਹੁੰਦਾ ਹੈ ਨਾ, ਉਦੋਂ ਕ੍ਰੋਮੈਟਿਡ ਮਟੀਰੀਅਲ ਜਿੰਨਾ ਵੀ ਹੁੰਦਾ ਕ੍ਰੋਮੋਸੋਮ ਮਟੀਰੀਅਲ ਜੈਨੇਟਿਕ ਮਟੀਰੀਅਲ ਹੈ ਉਹ ਸਾਰਾ ਕੰਡੈਂਸਡ ਔਰ ਡੀਕੰਡੈਂਸਡ ਫਾਰਮ ਚ ਹੁੰਦੇ, ਤੇ ਉਹ ਐਵੇਂ ਥ੍ਰੈਡਸ ਦੀ ਫਾਰਮ ਦੇ ਅੰਦਰ ਹੁੰਦੇ ਜਿਹੜੇ ਇੱਕ ਦੂਜੇ ਦੇ ਉੱਪਰ ਇੰਟੈਂਗਲਡ ਹੁੰਦੀਆਂ ਨੇ, ਤੇ ਇਹਦੇ ਅੰਦਰ ਹੀ ਜਿਹੜਾ ਜੈਨੇਟਿਕ ਮਟੀਰੀਅਲ ਡਬਲ ਹੋ ਜਾਂਦਾ ਹੈ। ਤਾਂ ਇਸ ਕਰਕੇ ਆਪਾਂ ਇਹ ਨਹੀਂ ਬੋਲ ਸਕਦੇ ਕ੍ਰੋਮੋਸੋਮ ਨੰਬਰ ਡਬਲ ਹੋ ਗਿਆ, ਬਟ ਆਪਾਂ ਇਹ ਜ਼ਰੂਰ ਬੋਲਦੇ ਆ ਕਿ ਜਿਹੜਾ जेनेटिक मटीरियल है वो डबल हो गया। उन्हें हमेशा याद रखनी है नंबर ऑफ क्रोमोसोम इज ऑलवेज काउंटेड बाय काउंटिंग द नंबर ऑफ सेंट्रोमियर्स, ठीक है। और मेंशन भी कर देनी है मैं कि नंबर ऑफ क्रोमोसोम्स इज काउंटेड बाय काउंटिंग the number of centromeres, ठीक है। अगर सपोज बोले क्रोमोसोम नंबर डबल हो गया तो मतलब नंबर ऑफ सेंट्रोमियर्स भी डबल हो गए हैं। However, there is no increase in the chromosome number. If the cell has diploid or 2n number of chromosomes at G1 stage, even after S phase, the chromosome number remains the same, that is 2n. अगर G1 ਦੇ ਅੰਦਰ 2n ਹੈ ਡਿਪਲੋਇਡ ਹੈ ਤਾਂ S ਫੇਜ਼ ਦੇ ਅੰਦਰ ਵੀ 2n ਹੀ ਰਹਿਣਗੇ, ਇਸ ਤੋਂ ਉਸ ਤੋਂ ਬਾਅਦ ਵੀ 2n ਰਹਿਣਗੇ। ਹੁਣ ਇੱਕ ਐਨੂਅਲ ਸੈੱਲ ਹੈ, ਉਹਦੇ ਅੰਦਰ ਡਿਊਰਿੰਗ S ਫੇਜ਼ ਦੇ ਅੰਦਰ ਕੀ ਹੁੰਦਾ ਕਿ DNA replication begins in the nucleus and the central duplication in the cytoplasm। ਹੁਣ ਇੱਕ ਇੰਪੋਰਟੈਂਟ ਹੈ, ਜਿਵੇਂ ਹੁਣ ਪਲਾਂਟ ਸੈਲਸ ਦੇ ਅੰਦਰ ਆਪਾਂ ਨੇ ਪੜ੍ਹਿਆ ਸੀ ਪਹਿਲੇ ਚੈਪਟਰ ਦੇ ਅੰਦਰ ਸੈਲ ਦੇ ਯੂਨਿਟ ਆਫ ਲਾਈਫ ਕਿ ਜਿਹੜਾ ਸੈਂਟਰੋਇਲ ਹੈ ਉਹ ਆਰਗੇਨਲੀ ਐਕਸਕਲੂਸਿਵਲੀ ਐਨੀਮਲਸ ਦੇ ਅੰਦਰ ਹੀ ਪ੍ਰੈਜ਼ੈਂਟ ਹੁੰਦੀ ਹੈ ਐਂਡ ਇਟ ਹੈਲਪਸ ਡਿਊਰਿੰਗ ਸੈਲ ਡਿਵੀਜ਼ਨ। ਇਹਦਾ ਰੋਲ ਹੀ ਹੁੰਦਾ ਕਿ ਸਪਿੰਡਲ ਫਾਈਬਰਸ ਬਣਾਉਣਾ ਸੈਲ ਡਿਵੀਜ਼ਨ ਦੇ ਟਾਈਮ ਤੇ, ਠੀਕ ਹੈ। ਤਾਂ ਇਸ ਫੇਜ਼ ਦੇ ਅੰਦਰ DNA ਰੈਪਲੀਕੇਸ਼ਨ ਵੀ ਹੋਏਗੀ ਨਿਊਕਲੀਅਸ ਦੇ ਅੰਦਰ ਤੇ ਸੈਂਟਰੋਇਲ ਡੁਪਲੀਕੇਸ਼ਨ ਹੋਏਗੀ ਸਾਈਟੋਪਲਾਜ਼ਮ ਦੇ ਅੰਦਰ ਐਨੀਮਲ ਸੈਲਸ ਦੇ ਅੰਦਰ। ਤੇ ਹੁਣ G2 ਫੇਜ਼ ਆ ਗਿਆ। G2 ਫੇਜ਼ ਦਾ ਕੰਮ ਕੀ ਹੈ ਕਿ ਪ੍ਰੋਟੀਨ ਸਿੰਥੇਸਿਸ ਹੋਏਗਾ, ਉਸ ਤੋਂ ਬਾਅਦ preparation of mitosis while cell growth continues। ਪ੍ਰੋਟੀਨ ਸਿੰਥੇਸਿਸ ਹੈ ਤੇ ਪ੍ਰਿਪਰੇਸ਼ਨ ਹੋਏਗੀ ਤੇ ਸੈਲ ਗਰੋਥ ਕੰਟੀਨਿਊ ਹੋਏਗੀ। ਹੁਣ ਸਾਈਡ ਤੇ ਕੁਐਸਚਨ ਲਿਖਿਆ ਕਿ ਹਾਊ ਡੂ plants and animals continue to grow all their life? Do all the cells in the plant divide at all times? Do you think all the cells continue to divide in all plants and animals? Can you tell the एक एक करके इन्होंने क्वेश्चंस अप्रोच कर दिया। पहला क्वेश्चन है कि do they continue to grow all their lives? ਹੁਣ ਇਹਦੇ ਅੰਦਰ ਵੇਰੀਅਸ ਆਂਸਰਸ ਦੇ ਸਕਦੇ ਆ ਅਗਰ ਔਨ ਦੀ ਬੇਸਿਸ ਆਫ ਦ ਡੈਫੀਨੇਸ਼ਨ ਆਫ ਗਰੋਥ ਜਿਹੜਾ ਚੈਪਟਰ 1 ਦੇ ਅੰਦਰ ਦਿੱਤੀ ਗਈ ਹੈ ਕਿ ग्रोथ ਨੂੰ ਕੀ ਬੋਲਾਂਗੇ, ਇੰਕਰੀਜ਼ ਇਨ ਸੈਲਸ ਨੰਬਰ ਤੇ ਸੈਲ ਸਾਈਜ਼ ਜਾਂ ਫਿਰ ਸੈਲ ਮਾਸ ਤੋਂ ਡਿਪੈਂਡ ਕਰੇਗਾ। ਕੁਝ ਸੈਲਸ ਤਾਂ ਹਮੇਸ਼ਾ ਡਿਵੀਜ਼ਨ ਦੇ ਫੇਜ਼ ਦੇ ਅੰਦਰ ਹੁੰਦੇ ਆ, ਕੁਝ ਸੈਲਸ ਡਿਵੀਜ਼ਨ ਦੇ ਫੇਜ਼ ਦੇ ਅੰਦਰ ਮਤਲਬ ਅਰੈਸਟ ਹੁੰਦੇ ਨੇ, ਡਿਵੀਜ਼ਨ ਹੋ ਹੀ ਨਹੀਂ ਸਕਦੀ ਉਹਨਾਂ ਦੇ ਅੰਦਰ। ਤੇ ਕੁਝ ਸੈਲਸ ਉਦੋਂ ਹੀ ਡਿਵਾਈਡ ਹੁੰਦੇ ਨੇ ਜਦੋਂ ਕੋਈ ਇੰਜਰੀ ਹੋ ਜਾਂਦੀ ਹੈ, ਸੈਲ ਨੂੰ ਰਿਪਲੇਸ ਕਰਨਾ ਹੁੰਦਾ ਜੋ ਉਹਦਾ ਫੰਕਸ਼ਨ ਡਿਟੋਰੇਟ ਹੋ ਗਿਆ। ਤਾਂ ਪਲਾਂਟਸ ਤਾਂ ਆਪਾਂ ਸਟਿਲ ਬੋਲ ਦਿੰਦੇ ਕਿ ਹਾਈਟ ਦੇ ਅੰਦਰ ਗਰੋ ਹੋ ਰਿਹਾ ਤਾਂ ਗਰੋ ਹੀ ਹੋ ਰਿਹਾ ਪਲਾਂਟਸ, ਬਟ ਐਨੀਮਲਸ ਦੀ ਲਈ ਆਪਾਂ ਹਮੇਸ਼ਾ ਨਹੀਂ ਬੋਲ ਸਕਦੇ ਕਿ ਗਰੋ ਹੋ ਰਹੇ ਹੈ। ਬਟ obviously growth is a dynamic process, ਤਾਂ ਇਹ ਹੈ ਕਿ at a given time a lot of cells divide but ਸਾਰੇ ਨਹੀਂ। Do all the cells in a plant divide at all times? Obviously no. First one, do we think all the cells continue to divide in all plants and animals? ਨਹੀਂ, all the cells ਨਹੀਂ divide ਕਰਦੇ। ਆਪਾਂ ਨੇ ਹੁਣੀ ਪੜ੍ਹਿਆ ਸੀ ਜਿਹੜੇ ਨਿਊਰੋਨਸ ਹੈ ਉਹਨਾਂ ਦੀ ਡਿਵੀਜ਼ਨ ਕੈਪੇਬਿਲਿਟੀ 0 ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ
ਐਪੀਥੀਲੀਅਲ ਸੈਲਸ ਹੈ ਉਹ ਮੋਸਟ ਡਿਵਾਈਡਿੰਗ ਨੇਚਰ ਰਹਿੰਦਾ ਉਹਨਾਂ ਦਾ, ਤੇ ਉਸ ਤੋਂ ਬਾਅਦ ਸਕੈਲਟਲ ਮਸਲ ਤੇ ਕਨੈਕਟਿਵ ਟਿਸ਼ੂ ਆ ਜਾਏਗਾ। ਦੋ ਸਕੈਲਟਲ ਮਸਲ ਦਾ ਮਤਲਬ ਨਿਊਰੋਨਸ, ਫਿਰ ਸਕੈਲਟਲ ਮਸਲਸ, ਕਨੈਕਟਿਵ ਤੇ ਐਪੀਥੀਲੀਅਲ, ਐਵੇਂ ਆਉਂਦਾ ਆਰਡਰ। ਫਿਰ ਉਸ ਤੋਂ ਬਾਅਦ ਆ ਜਾਏਗਾ ਕਿ ਕੈਨ ਯੂ tell the name and the location of the tissue having cells that divide all their life in higher plants? ਇਹਦਾ ਹੁਣ ਆਂਸਰ ਤੁਸੀਂ ਲੱਭਣਾ ਚਾਹੀਦਾ ਤੁਹਾਨੂੰ ਕਿ ਇਹਦਾ ਆਂਸਰ ਕੀ ਹੈ। ਜਿਵੇਂ ਕਿ ਅਗਰ ਮੋਸਟਲੀ ਦੇਖੀ ਜਾਏ ਕਿ ਇਹ ਜਿਹੜਾ ਟਿਸ਼ੂ ਜਿਹੜਾ ਪੂਰਾ ਟਾਈਮ ਡਿਵਾਈਡ ਕਰਦਾ, ਤਾਂ ਆਪਾਂ ਬੋਲ ਸਕਦੇ ਜਿਹੜੇ ਵੀ ਆਊਟਰ ਕਵਰਿੰਗ ਦੇ ਅੰਦਰ ਸੈਲਸ ਹੈ, ਜਾਂ ਫਿਰ ਜਿਵੇਂ ਸਪੋਜ਼ ਪਲਾਂਟ ਹੈ ਉਹਦੇ ਲੀਵਸ ਤਾਂ ਆਪਾਂ ਬਾਰ-ਬਾਰ ਪੜ੍ਹਦੇ ਹਾਂ ਕਿ ਕਿਸੇ ਵੀ ਆਟਮ ਸੀਜ਼ਨ ਦੇ ਅੰਦਰ ਉਹ ਫਾਲ ਕਰ ਜਾਂਦੇ ਨੇ ਤੇ ਸਪ੍ਰਿੰਗ ਦਾ ਰੀਗਰੋਥ ਹੁੰਦਾ, ਤਾਂ ਜਿਹੜੇ ਪਲਾਂਟਸ ਦੇ ਉੱਤੇ ਟਿਪਸ ਤੇ ਟੈਂਡਰਲਸ ਵਗੈਰਾ ਹੁੰਦੇ ਨੇ ਉਹ ਪੂਰਾ ਟਾਈਮ ਗਰੋ ਕਰਦੇ ਹੀ ਰਹਿੰਦੇ ਨੇ। ਤੇ ਸਪੈਸਿਫਿਕ ਸੈਲ ਦਾ ਟਾਈਪ ਉਹ ਤੁਸੀਂ ਲੱਭ ਲੈਣਾ। ਫਿਰ ਅੰਦਰ do animals have similar meristematic tissue? मैंने बोल ਦਿੱਤਾ ਕਿ ਜਿਹੜਾ ਪਲਾਂਟਸ ਦੇ ਅੰਦਰ ਟਿਸ਼ੂ ਹੁੰਦਾ ਉਹ ਮੈਰਿਸਟਮੈਟਿਕ ਟਿਸ਼ੂ ਜਿਹੜਾ ਪੂਰਾ ਟਾਈਮ ਡਿਵਾਈਡ ਕਰਦਾ ਰਹਿੰਦਾ। ਠੀਕ ਹੈ, ਐਨੀਮਲਸ ਦੇ ਅੰਦਰ ਐਸਾ ਨਹੀਂ ਹੈ। ਜਿਵੇਂ ਹੁਣ ਲਿਵਰ ਹੈ, ਲਿਵਰ ਲਈ ਬਹੁਤ ਫੇਮਸਲੀ ਬੋਲਦੇ ਆ ਕਿ ਲਿਵਰ ਇਜ਼ ਰੀਜਨਰੇਟਿਵ ਐਂਡ ਕੈਨ ਰੀਜਨਰੇਟ ਵੈਨਐਵਰ ਆਲ ਥਰੂ ਆਊਟ ਦੀ ਲਾਈਫ। ਤਾਂ ਇਹ ਉਹੀ ਹੈ ਕਿ ਲਿਵਰ ਪੂਰਾ ਟਾਈਮ ਗਰੋਥ ਦੇ ਫੇਜ਼ ਦੇ ਅੰਦਰ ਨਹੀਂ ਰਹਿੰਦਾ। ਜੇ ਸੈੱਲ ਇੰਜਰੀ ਹੁੰਦੀ ਹੈ, ਫਿਰ ਸੈੱਲ ਡੈਥ ਹੁੰਦੀ ਹੈ, ਉਦੋਂ ਸੈਲਸ ਨੂੰ ਰਿਪਲੇਸ ਕਰਨ ਲਈ ਲਿਵਰ ਦੇ ਅੰਦਰ ਸੈੱਲ ਡਿਵੀਜ਼ਨ ਟੇਕ ਪਲੇਸ ਹੁੰਦੀ ਹੈ। ਹੁਣ ਜਿਵੇਂ ਕਿ ਆਪਾਂ ਅਗਰ ਬਲੱਡ ਦੀ ਗੱਲ ਕਰੀਏ ਤਾਂ ਫਿਰ ਹਰ ਇੱਕ ਸੈੱਲ ਦਾ ਬਲੱਡ ਟਾਈਪ ਨਹੀਂ, ਹਰ ਇੱਕ ਸੈੱਲ ਟਾਈਪ ਦਾ ਇੱਕ ਗਿਵਨ ਲਾਈਫ ਸਪੈਨ ਹੈ ਕਿ ਆਰਬੀਸੀ ਦਾ 120 ਡੇਜ਼ ਹੈ, ਪਲੇਟਲੇਟਸ ਦਾ ਉਸ ਤੋਂ ਘੱਟ ਹੈ, ਤੇ ਫਿਰ ਆਰਬੀਸੀਸ ਦੇ ਅੰਦਰ ਡਬਲਯੂਬੀਸੀਸ ਦੇ ਅੰਦਰ ਵੀ ਡਿਫਰੈਂਟ ਟਾਈਪਸ ਨੇ, ਤੇ ਉਹਨਾਂ ਦਾ ਵੀ ਲਾਈਫ ਸਪੈਨ ਡਿਫਰੈਂਟ ਹੁੰਦਾ। ਫਿਰ ਉਸ ਤੋਂ ਬਾਅਦ ਆ ਜਾਂਦਾ ਅੱਗੇ ਆਪਾਂ some cells in the adult animal do not appear to exhibit division. That is, for example, heart cells, and many other cells divide only occasionally as needed to replace the cells that have been lost because of the injury or cell death. ठीक है, ਹੁਣ ਆਪਾਂ ਨੇ ਜਸਟ ਗੱਲ ਕਰਕੇ ਚੁੱਕੇ ਹਾਂ ਕਿ some do not exhibit division, ਜਿਵੇਂ ਕਿ cardiac muscle ਹੋ ਗਏ, ਉਹ ਵੀ division exhibit ਨਹੀਂ ਕਰਦੀ ਹੈ। ਤਾਂ ਹੀ ਕਰਕੇ ਆਪਾਂ ਬੋਲ ਰਹੇ ਕਿ ਅਗਰ ਸਪੋਜ਼ ਕਿਸੇ ਪੇਸ਼ੈਂਟ ਨੂੰ MI ਜਾਂ ਫਿਰ MI also which is also called heart attack ਉਹ ਹੋ ਗਿਆ ਤੇ ਉੱਥੇ ਸੈੱਲ ਦੀ ਡੈਥ ਹੋ ਗਈ, ਤਾਂ ਅਗਰ ਆਪਣੀ ਕਾਰਡਿਕ ਮਸਲ ਡਿਵਾਈਡ ਕਰਦੀ ਹੁੰਦੀ, ਡਿਵੀਜ਼ਨ ਹੁੰਦੀ, ਤਾਂ ਜਿਹੜਾ ਜਿੰਨਾ ਵੀ ਨੈਕਰੋਟਿਕ ਟਿਸ਼ੂ ਹੈ ਉਹ ਸਾਰਾ ਰਿਪਲੇਸ ਹੋ ਸਕਦਾ ਸੀ, ਬਟ ਉਹ ਨਹੀਂ ਹੁੰਦਾ ਕਿਉਂਕਿ ਕਾਰਡਿਕ ਮਸਲ ਡਸ ਨਾਟ ਡਿਵਾਈਡ and many other cells divide only occasionally as needed to replace the cells that have been lost because of injury and cell death. Replace the cells that have been lost because of injury and cell death. These cells do not divide further, exit G1 phase to enter an inactive stage called quiescent stage. ठीक है, होने ये पूरी सारी लाइंस इंपॉर्टेंट है। एक डिस्क्लेमर टाइप है कि जो सेल डिवीजन वाला पूरा चैप्टर है ना, ਇਹਦੀ एनसीईआरटी ਦੀ ਇੱਕ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਦੀ ਲਾਈਨਸ ਦੇ ਬੇਸਿਸ ਤੇ ਬਹੁਤ ਸਾਰੇ ਸਟੇਟਮੈਂਟ ਬੇਸਡ ਕੁਐਸਚਨਸ ਬਣਦੇ ਨੇ, ਬਹੁਤ ਸਾਰੇ ਐਮਸੀਕਿਊਜ਼ ਬਣਦੇ ਨੇ purely on the basis of NCERT lines, ਕਿਉਂਕਿ ਸੈਲ ਡਿਵੀਜ਼ਨ ਇੱਕ ਬਹੁਤ ਵਾਸਟ ਤੇ ਇਨ ਡੈਪਥ ਵਾਲਾ ਟੌਪਿਕ ਹੈ ਤੇ NCERT ਨੇ ਉਹ ਪੂਰਾ ਉਹਨੂੰ ਕਵਰ ਕਰਨ ਲਈ ਬਹੁਤ ਕੰਸਾਈਜ਼ ਕਰਕੇ ਪ੍ਰੋਪਰ ਐਵੇਂ ਟਰਮਸ ਯੂਜ਼ ਕੀਤੀਆਂ ਹੋਈਆਂ ਨੇ, ਤਾਂ ਕਰਕੇ ਇਹਦੀ ਇੱਕ ਲਾਈਨ ਇੰਪੋਰਟੈਂਟ ਹੈ। ਕਾਫੀ ਤੁਸੀਂ ਪ੍ਰੀਵੀਅਸ ਕੁਐਸਚਨਸ ਵੀ ਦੇਖੋਗੇ ਨਾ, ਉਹਦੇ ਐਂ ਬਣੇ ਹੋਏ ਹੈ ਕਿ ਸੈਲ ਡਿਵੀਜ਼ਨ ਦੇ ਚੈਪਟਰ ਤੋਂ ਲਾਈਨਸ ਲੈ ਕੇ ਕੁਝ ਵਰਡਸ ਚੇਂਜ ਕਰਕੇ ਉਹਨੇ ਸਟੇਟਮੈਂਟ ਦਾ ਮਤਲਬ ਚੇਂਜ ਕਰਤਾ। ਹੁਣ cells in this stage remain metabolically active. ਹੁਣ ਜਿਹੜਾ quiescent state ਤੇ ਆ ਗਏ ਕੋਈ ਸੈਲ, ਉਹ metabolically active ਤਾਂ ਰਹੇਗਾ but no longer proliferate मतलब divide unless called upon to do so. मतलब जब तक ਉਹਨੂੰ ਕੋਈ ਸਿਗਨਲ ਨਹੀਂ ਮਿਲਦਾ ਹੈ ਕਿ ਡਿਵੀਜ਼ਨ ਕਰਨੀ ਹੈ, ਹੋਣੀ ਹੈ, ਸੈਲ ਨੇ ਡਿਵਾਈਡ ਹੋਣਾ ਹੈ, ਉਦੋਂ ਤੱਕ ਸੈਲ ਡਿਵਾਈਡ ਨਹੀਂ ਹੋਏਗਾ and that depends on the requirement of the organism. ਠੀਕ ਹੈ, ਕਿ ਰਿਕੁਆਇਰਮੈਂਟ ਆਫ ਦੀ ਆਰਗੈਨਿਜ਼ਮ ਦਾ ਕੀ ਮਤਲਬ ਹੈ, ਕਦੋਂ ਜਦੋਂ ਕੋਈ ਇੰਜਰੀ ਜਾਂ ਸੈਲ ਡੈਥ ਹੋ ਗਈ ਜਾਂ ਫਿਰ ਨਿਊ ਸੈਲਸ ਚਾਹੀਦੇ ਨੇ ਜਾਂ ਫਿਰ ਉਹ ਸੈਲਸ ਕਿਤੇ ਹੋਰ ਜਾਣ, ਤਾਂ ਉਸਦੇ ਬੇਸਿਸ ਤੇ, ਜਾਂ ਫਿਰ ਸਪੋਜ਼ ਜਿਵੇਂ ਹੁਣ ਇੱਕ ਬੇਸਿਕ ਜੀ ਐਗਜ਼ਾਮਪਲ ਹੈ, ਸਪੋਜ਼ ਕਿਸੇ ਦੀ ਲਿਵਰ ਹੈ ਤੇ ਲਿਵਰ ਰਿਸੈਕਸ਼ਨ ਕਰਤਾ, ਕੋਈ ਲਿਵਰ ਦਾ ਪਾਰਟ ਕੱਟਤਾ, ਰਾਈਟ ਲੋਬ ਜਾਂ ਲੈਫਟ ਲੋਬ, ਜਾਂ ਉਸ ਤੋਂ ਬਾਅਦ ਵੀ ਅੰਦਰ ਕੋਈ ਸੈਗਮੈਂਟ ਕਰਤਾ, ਸੈਗਮੈਂਟ 3 ਜਾਂ 4 ਕੋਈ ਵੀ ਰਿਮੂਵ ਕਰਤਾ,
हिपैटिक्टोमी करती, हेमी ਕੀਤੀ ਹੈ ਜਾਂ ਫਿਰ ਜਿਵੇਂ ਵੀ ਜਾਂ ਸੈਗਮੈਂਟਲ ਕੀਤੀ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਜਿਹੜੀ ਸਪੇਸ ਕ੍ਰੀਏਟ ਹੋ ਗਈ ਉਹਨੂੰ ਫਿਲ ਕੌਣ ਕਰਦਾ ਹੈ? ਉਹਨੂੰ ਫਿਲ ਮੋਸਟਲੀ ਜਿਹੜਾ ਕਨੈਕਟਿਵ ਟਿਸ਼ੂ ਹੁੰਦੇ ਨਾ ਆਸ-ਪਾਸ ਉਹਦੇ ਫਾਈਬਰੋਸਿਸ ਹੋ ਜਾਂਦੇ ਤੇ ਉਹਨੂੰ ਫਿਲ ਕਰ ਦਿੰਦਾ। ਤਾਂ ਉੱਥੇ ਵੀ ਜਿਵੇਂ ਹੁਣ ਪੂਰੇ ਹੁਣ ਬੋਡੀ ਦੀ ਰਿਕੁਆਇਰਮੈਂਟ ਸੀਗੀ ਤਾਂ ਉੱਥੇ ਜਿਹੜਾ ਕਨੈਕਟਿਵ ਟਿਸ਼ੂ ਸੈਲਸ ਹੈ ਉਹ ਸਾਰੇ ਉਹਨਾਂ ਨੂੰ ਸਿਗਨਲ ਕੀਤਾ ਜਾਏਗਾ ਕਿ ਹੁਣ ਡਿਵੀਜ਼ਨ ਹੋਣੀ ਹੈ ਐਂਡ ਦੇ ਆਰ ਕਾਲਡ ਫॉर ਡਿਵੀਜ਼ਨ on the basis of the requirement तो ਉੱਥੇ division ਹੋ ਕੇ that gap is filled। ਹੁਣ ਆਏਗਾ कि in animals mitotic cell division is only seen in diploid somatic cells। ठीक है, ਉਸ ਤੋਂ ਬਾਅਦ however there are few exceptions to this where haploid cells divide by mitosis, for example male honeybees। ਹੁਣ ਜਿਹੜੇ animals ਹੈ ਨਾ ਉਹਦੇ ਅੰਦਰ diploid cells ਦੇ ਅੰਦਰ mostly ਕੀ ਹੁੰਦੀ ਹੈ? mitosis, ਮਾਈਟੋਟਿਕ ਡਿਵੀਜ਼ਨ। ਹਾਂ, ਹੁਣ ਜਿਹੜਾ ਮਾਈਟੋਟਿਕ ਡਿਵੀਜ਼ਨ ਹੈ ਨਾ ਉਹ ਸਿਰਫ ਡਿਪਲੋਇਡ ਸੋਮੈਟਿਕ ਸੈਲਸ ਦੇ ਅੰਦਰ ਦਿਖਦਾ ਹੈ ਬਟ ਕੁਝ ਐਕਸੈਪਸ਼ਨਸ ਹੈ ਜਿਵੇਂ ਕਿ ਹੈਪਲੋਇਡ ਸੈਲਸ ਡਿਵਾਈਡ ਕਰਦੇ ਨੇ, ਹੈਪਲੋਇਡ ਸੈਲਸ ਡਿਵਾਈਡ ਬਾਈ ਮਾਈਟੋਸਿਸ, ਉਹਦੇ ਅੰਦਰ ਆ ਜਾਏਗਾ ਮੇਲ ਹਨੀਬੀਜ਼। ਠੀਕ ਹੈ, ਅਗੇਂਸਟ ਦਿਸ ਪਲਾਂਟਸ ਕੈਨ ਸ਼ੋ ਮਾਈਟੋਟਿਕ ਡਿਵੀਜ਼ਨਸ ਬੋਥ ਇਨ ਹੈਪਲੋਇਡ ਐਂਡ ਡਿਪਲੋਇਡ ਸੈਲਸ। ਹੁਣ ਮਾਈਟੋਟਿਕ ਡਿਵੀਜ਼ਨ ਇਨ ਹੈਪਲੋਇਡ ਐਂਡ ਡਿਪਲੋਇਡ ਸੈਲਸ। ਹੁਣ ਜਿਹੜਾ ਪਲਾਂਟ ਹੈ ਉਹ ਹੈਪਲੋਇਡ ਦੇ ਅੰਦਰ ਵੀ ਦਿਖਾਏਗਾ, ਡਿਪਲੋਇਡ ਦੇ ਅੰਦਰ ਵੀ ਦਿਖਾਏਗਾ ਬਟ ਜਿਹੜਾ ਐਨੀਮਲ ਹੈ ਉਹਦਾ ਮਾਈਟੋਟਿਕ ਡਿਵੀਜ਼ਨ ਸਿਰਫ ਡਿਪਲੋਇਡ ਦੇ ਅੰਦਰ ਹੋਏਗਾ except male honeybees। From your recollection of examples of alternation of generation in plants from chapter, you identify plant species and stages at which mitosis is seen in haploid stage। It is just an exercise, ਇਹਨੂੰ ਜਾ ਕੇ ਤੁਸੀਂ ਕਰ ਲੈਣਾ। ਹੁਣ ਸਾਈਡ ਤੇ ਵੀ ਦਿੱਤਾ ਗਿਆ ਕਿ you have studied mitosis in onion root tip cell। onion root tip cell ਇੱਕ ਬਹੁਤ ਹੀ ਬੇਸਿਕ ਐਕਸਪੈਰੀਮੈਂਟ ਹੁੰਦਾ ਹੈ ਕਲਾਸ 12 11th ਦੇ ਅੰਦਰ ਹੀ, ਤੇ ਹੁਣ ਉਹਦੇ ਨਾਲ 16 ਕ੍ਰੋਮੋਸੋਮਸ ਆ ਇਨ ਈਚ ਸੈਲ। ਹੁਣ ਇਹਨਾਂ ਨੂੰ ਪੁੱਛਿਆ ਗਿਆ ਕਿ ਹਾਊ ਮੈਨੀ ਕ੍ਰੋਮੋਸੋਮਸ are there at when the cell is in G1 phase, after S phase and after M phase। Also, what will be the DNA content of the cell at G1, after S, at G2 if the content after M phase is 2C। ਠੀਕ ਹੈ, ਹੁਣ ਇਹ ਬਹੁਤ ਹੀ ਬੇਸਿਕ ਅੰਡਰਸਟੈਂਡਿੰਗ ਵਾਲਾ ਕੁਐਸਚਨ ਹੈ ਬਟ ਇਹਨੂੰ ਸਮਝਣ ਲਈ ਕਾਫੀ ਲੋਕ ਕਨਫਿਊਜ਼ ਆ ਜਾਂਦੇ ਨੇ ਕਿ ਕੀ ਕੀਤਾ ਜਾ ਸਕਦਾ ਹੈ ਜਾਂ ਫਿਰ ਆਨਸਰ ਕੀ ਹੁੰਦੇ ਹੈ, ਕਿਵੇਂ ਕਰਦੇ ਨੇ। ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਟੇਬਲ ਬਣਾ ਲੈਂਦੇ ਹਾਂ ਤੇ ਉਹਦੇ ਬੇਸਿਸ ਤੇ ਇਹਦਾ ਆਨਸਰ ਦੇਖਦਾ ਕੀ ਹੋ ਸਕਦਾ ਹੈ। ਠੀਕ ਹੈ, ਹੁਣ ਆਪਾਂ ਨੇ ਉਰੇ ਲਿਖਤਾ, ਸਭ ਤੋਂ ਪਹਿਲਾਂ ਲਿਖਾਂਗੇ ਆਪਾਂ G1 phase। ठीक है, मुझे लिख लेंगे अपन G1 phase, G2 phase, पहले उससे पहले G1S, G2 phase। M phase सच नहीं बोलना चाहिए, मतलब M phase के अंदर भी 4 होर डिविजन्स ने, स्टेजेस ने, ते साइटोकाइनेसिस इंक्लूड करके 5। ਤੇ ਇਸ ਕਰਕੇ ਇਹਨਾਂ ਨੇ ਜਿਵੇਂ ਉਹ ਸਪੈਸੀਫਾਈ ਕਰਦਾ ਆਫਟਰ ਐਮ ਫੇਜ਼, ਤਾਂ ਆਪਾਂ ਪੂਰੀ ਲਿਖਾਂਗੇ ਆਫਟਰ ਐਮ ਫੇਜ਼। ਵੀਲ ਰਿਪੀਟ ਦਿਸ ਐਕਸਰਸਾਈਜ਼ ਜਦੋਂ ਆਪਾਂ ਐਮ ਫੇਜ਼ ਦੀ ਸਟੇਜਸ ਪੜ੍ਹ ਲਾਂਗੇ ਤੇ ਇਹਨੂੰ ਇੱਕ ਵਾਰ ਫੇਰ ਰਿਪੀਟ ਕਰਾਂਗੇ ਤਾਂ ਆਪਾਂ ਹੋਰ ਡਿਟੇਲਸ ਪੜਾਂਗੇ ਕੀ ਆਏਗਾ ਇਹਦਾ ਆਨਸਰ। ਠੀਕ ਹੈ, ਹੁਣ ਕ੍ਰੋਮੋਸੋਮਸ, ਨੰਬਰ ਆਫ ਕ੍ਰੋਮੋਸੋਮ, ਫਿਰ ਉਸ ਤੋਂ ਬਾਅਦ ਆ ਜਾਏਗਾ ਕ੍ਰੋਮੈਟਿਡ, ਕ੍ਰੋਮੈਟਿਡਸ ਕਿੰਨੇ ਨੇ? क्रोमैटिड एक क्रोमोसोम दी आम ਨੂੰ क्रोमैटिड बोलते हैं, दिस इज वन क्रोमैटिड। ठीक है, फिर उसके बाद आ जाएगा डीएनए कंटेंट कितना, ਤੇ ਐਂਡ ਤੇ ਆਪਾਂ ਪੁੱਛਾਂਗੇ ਬਾਇਵੈਲੈਂਸ। ਬਾਇਵੈਲੈਂਸ ਇਜ਼ ਬੇਸਿਕਲੀ ਮੋਰ ਇੰਪੋਰਟੈਂਟ ਫॉर ਐਮ ਫੇਜ਼, ਤਾਂ ਹਜੇ ਬਾਇਵੈਲੈਂਟ ਟਰਮ ਨਹੀਂ ਇੰਟਰੋਡਿਊਸ ਕਰੂੰਗੀ ਮੈਂ, ਇੱਕ ਵਾਰ ਐਮ ਫੇਜ਼ ਕਰ ਲਈ ਉਸ ਤੋਂ ਬਾਅਦ ਬਾਇਵੈਲੈਂਸ ਦੇਖਾਂਗੇ। ਤੇ ਹੁਣ ਇਹਨੇ ਦਿੱਤੇ ਕਿ ਆਫਟਰ ਐਮ ਫੇਜ਼ 2C ਹੈ, ਕੀ ਹੈ? डीएनए कंटेंट 2C है। ठीक है, तो डीएनए कंटेंट 2C है ਤੇ क्रोमोसोम नंबर कितना 16। ਹੁਣ क्रोमोसोम नंबर कितना 16 है ਤਾਂ क्रोमैटिड ऑब्वियसली तो डबल होएगा, तो ਕੀ ਹੋਏਗਾ 24, ਕਿਉਂਕਿ ਇੱਕ क्रोमोसोम ਦੇ ਅੰਦਰ 2 ਆਰਮਸ ਹੁੰਦੀਆਂ ਨੇ, ਸੌਰੀ। ठीक है, तो पूरे काइनेटोकोर्स। फिर ਉਸ ਤੋਂ ਬਾਅਦ ਆ ਜਾਏਗਾ ਹੁਣ ਐਮ ਫੇਜ਼ ਤੇ ਆ ਗਿਆ। ਹੁਣ ਉਸ ਤੋਂ ਬਾਅਦ ਸੈਲ ਜਾਏਗਾ G1 ਫੇਜ਼ ਤੇ। G1 ਫੇਜ਼ ਤੇ ਕੀ ਹੁੰਦਾ ਕਿ ਸਿਰਫ ਸੈਲ ਗਰੋਥ ਹੁੰਦੀ ਹੈ, ਪ੍ਰੋਟੀਨ ਦੀ ਮਲਟੀਪਲੀਕੇਸ਼ਨ ਹੋਏਗੀ, ਬਾਕੀ ਸਿੰਥੇਸਿਸ ਹੋਏਗਾ। ਤਾਂ
डीएनए कंटेंट ਤਾਂ ਬਿਲਕੁਲ ਸਿਰਫ ਇਸ ਫੇਜ਼ ਦੇ ਅੰਦਰ ਡੁਪਲੀਕੇਸ਼ਨ ਹੁੰਦੀ ਹੈ, ਡੀਐਨਏ ਰੈਪਲੀਕੇਸ਼ਨ ਹੁੰਦੀ ਹੈ, ਤਾਂ ਜੀਵਨ ਦੇ ਅੰਦਰ ਸੇਮ ਰਹੇਗੀ। ਤਾਂ ਕ੍ਰੋਮੋਸੋਮ ਨੰਬਰ ਵੀ ਸੇਮ ਹੋਣਗੇ, ਕ੍ਰੋਮੈਟਿਡਸ ਉਸ ਤੋਂ ਡਬਲ ਹੋਣਗੇ ਤੇ ਡੀਐਨਏ ਕੰਟੈਂਟ ਵੀ ਸੇਮ ਰਹੇਗਾ। ਬਟ ਇਸ ਫੇਜ਼ ਦੇ ਅੰਦਰ ਹੁਣ ਕੀ ਹੋ ਗਿਆ ਕਿ ਡੀਐਨਏ ਮਟੀਰੀਅਲ ਡਬਲ ਹੋ ਗਿਆ ਤੇ ਡੀਐਨਏ ਮਟੀਰੀਅਲ ਕੀ ਹੋਏਗਾ 2C, ਠੀਕ ਹੈ। ਬਟ ਹੁਣ ਆਪਾਂ ਨੇ ਪੜ੍ਹਿਆ ਸੀ ਕਿ ਜਿਹੜਾ ਐਸ ਫੇਜ਼ ਹੈ ਉਹਦੇ ਅੰਦਰ ਨੰਬਰ ਆਫ ਕ੍ਰੋਮੋਸੋਮ ਸੇਮ ਰਹਿੰਦੇ ਨੇ, ਕਿਉਂਕਿ ਇੰਟਰਫੇਸ ਦੇ ਅੰਦਰ ਆਪਾਂ ਬੋਲਿਆ ਸੀ ਕਿ ਕ੍ਰੋਮੋਸੋਮ ਹਜੇ ਕੰਡੈਂਸ ਨਹੀਂ ਹੁੰਦਾ, ਤਾਂ ਕਰਕੇ ਜੈਨੇਟਿਕ ਮਟੀਰੀਅਲ ਹਜੇ ਕੰਡੈਂਸ ਨਹੀਂ ਹੁੰਦਾ, ਤਾਂ ਕ੍ਰੋਮੋਸੋਮ ਦੀ ਸ਼ੇਪ ਦੇ ਅੰਦਰ ਫਾਰਮ ਦੇ ਅੰਦਰ ਪ੍ਰੈਜ਼ੈਂਟ ਨਹੀਂ ਹੁੰਦੇ। ਤਾਂ ਫਿਰ ਕ੍ਰੋਮੋਸੋਮਸ ਸੇਮ ਰਹਿਣਗੇ 16 ਤੇ ਕ੍ਰੋਮੈਟਿਡਸ ਵੀ ਸੇਮ ਰਹਿਣਗੇ 24। ਸਿਮਿਲਰਲੀ G2 ਫੇਜ਼ ਦੇ ਅੰਦਰ ਐਸ ਸੱਚ ਕੋਈ ਡੀਐਨਏ ਰੈਪਲੀਕੇਸ਼ਨ ਨਹੀਂ ਹੋ ਰਹੀ ਹੈ, ਤੇ ਇਹਨੂੰ ਵੀ ਆਪਾਂ 16, 24 ਤੇ 4C ਬੋਲਾਂਗੇ। ਤੇ ਇਸ ਤੋਂ ਬਾਅਦ M ਫੇਜ਼ ਆ ਜਾਏਗਾ ਜਿਹਦੇ ਅੰਦਰ जेनेटिक मटेरियल डिवाइड करके हाफ हो जाएगा, तो वापस 4C 2C आ जाएगा, ठीक है। ਹੁਣ ਉੱਪਰ ਜਾ ਕੇ ਇੱਕ ਵਾਰ ਥੋੜਾ ਡਿਟੇਲ ਚ ਆਪਾਂ ਪੂਰਾ ਦੇਖਦੇ ਹਾਂ ਕਿ ਇਹਨਾਂ ਦੇ ਸਟੇजेस ਕੀ ਸੀਗੀਆਂ, ਤੇ ਕੁਝ ਚੈੱਕ ਪੁਆਇੰਟਸ ਵੀ ਹੁੰਦੇ ਨੇ ਜਿਹੜੇ ਇੱਕ ਗਾਈਡ ਕਰਦੇ ਨੇ, ਕੰਟਰੋਲ ਰੱਖਦੇ ਨੇ ਸੈਲ ਡਿਵੀਜ਼ਨ ਦਾ। ਸਪੋਜ਼ ਕੋਈ ਫਾਲਟੀ रेप्लिकेशन हो गई या फिर कोई फॉल्ट आ गया या फिर डीएनए रेप्लिकेशन के अंदर कुछ प्रॉब्लम आ गई, कोई एरर हो गया, तो उन्हें किवें ठीक होएगा। उस तो पहला एक चीज हो रहा है कि जो नंबर ऑफ क्रोमोसोम्स है ना, हाउ मेनी क्रोमोसोम्स शुड बी प्रेजेंट एट माइटोटिक एनाफेज ऑफ डिप्लॉयड सेल, ये सब दे बारे भी ਆਪਾਂ ਪੜ੍ਹਾ। ਤੇ ਐਵੇਂ ਕੁਐਸਚਨਸ ਆਉਂਦੇ ਨੇ ਕਾਫੀ ਵਾਰ ਕਿ ਜਿਹੜਾ ਮਦਰ ਦੇ ਸੈੱਲ ਦੇ ਅੰਦਰ ਡੀਐਨਏ ਕੰਟੈਂਟ ਇੰਨਾ ਹੈ, ਕ੍ਰੋਮੋਸੋਮ ਨੰਬਰ ਇੰਨਾ ਹੈ, ਤਾਂ ਆਪਾਂ ਨੂੰ ਅਲੱਗ-ਅਲੱਗ ਸਟੇजेस ਤੇ ਕੀ ਰਹੇਗਾ। ਫਿਰ ਉਸ ਤੋਂ ਬਾਅਦ ਆ ਜਾਏਗਾ ਕਿ ਹੁਣ ਐਮਫੀ ਐਸਟਰਲ ਡਿਵੀਜ਼ਨ ਤੇ ਐਨ ਐਸਟਰਲ ਡਿਵੀਜ਼ਨ ਕੀ ਹੁੰਦੀ ਹੈ, ਇਹਦੇ ਬਾਰੇ ਆਪਾਂ ਥੋੜਾ ਦੇਖਦੇ ਹਾਂ। ਜਿਹੜਾ ਐਨੀਮਲ ਸੈੱਲ ਹੈ ਨਾ, ਐਨੀਮਲ ਸੈੱਲ ਦੇ ਅੰਦਰ ਜਿਹੜਾ ਸੈਂਟਰੋਇਲਸ ਹੈ ਉਹ ਐਮ ਫੇਜ਼ ਨੂੰ ਗਾਈਡ ਕਰਦੇ ਨੇ। ਜਿਵੇਂ ਸੈੱਲ ਹੈ ਤੇ ਉਹਦੇ ਸੈਂਟਰੋਇਲ ਰਹਿਣਗੇ, ਜਿਵੇਂ ਕਿ ਉਹ ਦੋ ਹੁੰਦੇ ਨੇ ਪਰਪੈਂਡੀਕੂਲਰ ਟੂ ਈਚ ਅਦਰ, ਦੋਨੋਂ ਪੋਲਸ ਤੇ ਦੋ ਦੋ ਐਵੇਂ ਰਹਿੰਦੇ ਨੇ, मतलब एक एक जाएगा। एक मिनट, थोड़ा नॉर्मल एनिमल सेल है, ठीक है। एनिमल सेल ਦੇ ਅੰਦਰ ਨਾਰਮਲੀ ਕੀ ਪ੍ਰੈਜ਼ੈਂਟ ਹੁੰਦਾ ਕਿ ਐਵੇਂ ਸੈਂਟਰਲ ਤੇ ਨਿਊਕਲੀਅਸ ਹੈ, ਫਿਰ ਨਿਊਕਲੀਅਸ ਦੇ ਇੱਕ ਸਾਈਡ ਤੇ ਐਵੇਂ ਦੋ ਸੈਂਟਰੋਇਲਸ ਹੁੰਦੇ ਨੇ ਜਿਹੜੇ ਦੋਨੋਂ ਪਰਪੈਂਡੀਕੂਲਰ ਟੂ ਈਚ ਅਦਰ ਅਰੇਂਜ ਹੁੰਦੇ ਨੇ। ਫਿਰ ਜਦੋਂ ਸੈਲ ਡਿਵੀਜ਼ਨ ਹੁੰਦੀ ਹੈ ਨਾ, ਇਹ ਦੋਨੋਂ ਸੈਪਰੇਟ ਹੋ ਕੇ ਇੱਕ ਸੈਂਟਰੋਇਲ ਇੱਕ ਪੋਲ ਤੇ ਜਾਏਗਾ ਤੇ ਦੂਜਾ ਸੈਂਟਰੋਇਲ ਦੂਜੇ ਪੋਲ ਤੇ ਜਾਏਗਾ, ਤੇ ਉਹ ਦਿਲ ਸਟਾਰਟ ਮੇਕਿੰਗ ਸਪਿੰਡਲ ਫਾਈਬਰਸ। ਜਿਹੜੇ ਸਪਿੰਡਲ ਫਾਈਬਰਸ ਨਿਕਲਦੇ ਨੇ ਆ ਪ੍ਰੋਟੀਨੇਸ਼ੀਅਸ ਫਿਲਾਮੈਂਟਸ ਹੁੰਦੇ ਨੇ, which help in arranging the chromosomes। ਉਹ ਕ੍ਰੋਮੋਸੋਮਸ ਨੂੰ ਅਰੇਂਜ ਕਰਨਗੇ ਸੈਂਟਰ ਤੇ ਕਾਈਨੈਟੋਕੋਰ ਨਾਲ ਉਹ ਅਟੈਚ ਹੋ ਜਾਣਗੇ, ਠੀਕ ਹੈ। ਠੀਕ ਹੈ, ਹੁਣ ਇਸ ਤੋਂ ਬਾਅਦ ਕੀ ਆਏਗਾ ਕਿ ਹਾਂ ਹੁਣ ਜਿਹੜੇ ਆਹ ਸੈਂਟਰੋਇਲਸ ਹੈ ਤੇ ਫਿਲਾਮੈਂਟਸ ਬੋਲਦੇ ਆ, ਤੇ ਇਹਨਾਂ ਕਰਕੇ ਜਿਹੜਾ ਸੈਲ ਡਿਵੀਜ਼ਨ ਐਨੀਮਲ ਦੇ ਅੰਦਰ ਸੈਲ ਡਿਵੀਜ਼ਨ ਆ ਉਹਨੂੰ ਐਂਫੀ ਐਸਟਰਲ ਡਿਵੀਜ਼ਨ ਬੋਲਦੇ ਆ। ਐਂਫੀ ਐਸਟਰਲ ਡਿਵੀਜ਼ਨ, ਕਿਉਂਕਿ ਇਹਨਾਂ ਨੂੰ ਐਸਟਰਲ ਰੇਸ ਵੀ ਬੋਲ ਸਕਦੇ ਨੇ, ਐਸਟਰਲ ਡਿਵੀਜ਼ਨ। ਬਟ ਜਿਹੜਾ ਪਲਾਂਟ ਸੈਲ ਹੈ ਉਹਦੇ ਅੰਦਰ ਤਾਂ ਸੈਂਟਰੋਇਲ ਐਬਸੈਂਟ ਹੁੰਦੇ, ਕਿਉਂਕਿ ਸੈਂਟਰੋਇਲ ਇਜ਼ ਐਨ ਆਰਗੇਨਲੀ ਆਫ ਐਨੀਮਲ ਸੈਲ, ਤੇ ਕਰਕੇ ਜਿਹੜਾ ਪਲਾਂਟ ਸੈਲ ਹੈ ਉਹਨੂੰ ਐਨ ਐਸਟਰਲ ਡਿਵੀਜ਼ਨ ਬੋਲਾਂਗੇ, ਠੀਕ ਹੈ। ਹੁਣ ਐਨ ਐਸਟਰਲ ਦਾ ਮਤਲਬ ਹੈ ਕਿ ਕੋਈ ਸਪਿੰਡਲਸ ਫਾਰਮੇਸ਼ਨ ਨਹੀਂ ਹੁੰਦੀ ਹੈ, ਐਸਟਰ ਰੇਜ਼ ਆਰ ਨਾਟ ਅਬਜ਼ਰਵ। ਤਾਂ ਫਿਰ ਪਲਾਂਟ ਦੇ ਅੰਦਰ ਸੈਲ ਡਿਵੀਜ਼ਨ ਕਿਵੇਂ ਹੁੰਦੀ ਹੈ? ਜਿਹੜੇ ਪਲਾਂਟ ਦੇ ਅੰਦਰ ਸੈਲ ਡਿਵੀਜ਼ਨ ਹੁੰਦੀ ਹੈ ਉਹ ਹੁੰਦੀ ਹੈ ਮਾਈਟੋਟਿਕ ਟਿਊਬਲਿਨ ਆਰਗੇਨਾਈਜ਼ਿੰਗ ਕੰਪਲੈਕਸ ਦੇ ਨਾਲ। ਕੀ ਬੋਲਿਆ? MTOC, ਮਾਈਟੋਟਿਕ ਟਿਊਬਲਿਨ ਆਰਗੇਨਾਈਜ਼ਿੰਗ ਕੰਪਲੈਕਸ। ਹੁਣ ਮੈਂ ਇਹ ਸਭ ਕਿਉਂ ਦੱਸ ਰਹੀ, ਕਿਉਂਕਿ ਇੱਕ ਵਾਰ ਇਹ NTA ਦੇ ਮੌਕ ਟੈਸਟ ਦੇ ਅੰਦਰ ਕੁਐਸਚਨ ਆਇਆ ਸੀਗਾ। ਤੇ ਜਿਹੜਾ MTOC ਹੈ ਨਾ, ਇਹ ਸੈਲ ਡਿਵੀਜ਼ਨ ਦੇ ਟਾਈਮ ਤੇ ਅਪੀਅਰ ਕਰਦੇ ਆ, ਅਪੀਅਰਸ ਡਿਊਰਿੰਗ ਸੈਲ ਡਿਵੀਜ਼ਨ, ਤੇ ਉਸ ਤੋਂ ਬਾਅਦ ਕੀ ਕਰਦੇ ਆ, ਟਿਊਬਲਿਨ ਪ੍ਰੋਟੀਨ ਨੂੰ ਅਰੇਂਜ ਕਰਦੇ ਆ ਇਨ ਫਾਰਮ ਆਫ ਸਪਿੰਡਲ ਫਾਈਬਰ। ਅਪੀਅਰਸ during cell division
ਤੇ ਉਸ ਤੋਂ ਬਾਅਦ ਕੀ ਕਰੇਗਾ, ਅਰੇਂਜਸ ट्यूबुलिन प्रोटीन in form of spindle fibers. हो गया। ਹੁਣ ਇਸ ਤੋਂ ਬਾਅਦ ਆਏਗਾ ਕਿ G1 G2 ਤੇ S ਫੇਜ਼ ਦੇ ਅੰਦਰ ਕੀ ਹੋ ਰਿਹਾ। ਇਹ ਤਾਂ ਆਪਾਂ ਦੇਖਿਆ ਕਿ ਜਿਹੜਾ DNA ਰੈਪਲੀਕੇਸ਼ਨ ਹੈ ਉਹ ਸਿਰਫ ਤੇ ਸਿਰਫ ਕਦੋਂ ਹੁੰਦੀ ਹੈ, S ਫੇਜ਼ ਦੇ ਅੰਦਰ ਹੁੰਦੀ ਹੈ। ਹੁਣ ਇਹਦੇ ਅੰਦਰ ਵੀ ਥੋੜਾ ਜਿਹਾ ਹੁਣ ਹੋਰ ਡਿਟੇਲ ਚ ਅਗਰ ਦੇਖਿਆ ਜਾਏ ਤਾਂ ਕੀ ਰਹਿੰਦਾ ਕਿ ਜਿਹੜਾ DNA ਸਿੰਥੇਸਿਸ ਜਾਂ ਫਿਰ ਨਿਊਕਲੀਅਰ DNA ਸਿੰਥੇਸਿਸ ਅਗਰ ਪੁੱਛਿਆ ਜਾਵੇ ਤਾਂ ਉਹ ਹੁੰਦੀ ਹੈ S ਫੇਜ਼ ਦੇ ਅੰਦਰ, ਜਿਵੇਂ ਕਿ ਉਹਨੇ ਲਿਖਿਆ ਗਿਆ ਕਿ DNA ਸਿੰਥੇਸਿਸ ਉਹ ਸਿਰਫ ਹੁੰਦੀ ਹੈ S ਫੇਜ਼ ਦੇ ਅੰਦਰ ਜਾਂ ਫਿਰ ਰੈਪਲੀਕੇਸ਼ਨ ਜਿਹਨੂੰ ਬੋਲਾਂਗੇ। ਬਟ ਜਦੋਂ ਪੁੱਛਿਆ ਜਾਏ ਕਿ ਸਾਈਟੋਪਲਾਜ਼ਮਿਕ DNA ਸਿੰਥੇਸਿਸ ਕਦੋਂ ਹੁੰਦੀ ਹੈ ਤੇ ਉਹ G1 ਤੇ G2 ਫੇਜ਼ ਦੇ ਅੰਦਰ ਹੁੰਦੀ ਹੈ। ਇਹ ਆਨਸਰ ਸਿਰਫ ਉਦੋਂ ਕੰਡੇ ਸਪੈਸੀਫਿਕਲੀ ਪੁੱਛਿਆ ਜਾਏ ਤਾਂ ਹੁਣ ਕੁਐਸਚਨ ਕੀ ਬਣੇਗਾ, DNA रेप्लिकेशन या फिर न्यूक्लियर डीएनए रेप्लिकेशन। रेप्लिकेशन होगी एस फेज के अंदर। बट अगर पूछा जाए कि साइटोप्लाज्मिक कदों हुंदी है तो होएगी G1 ते G2 के अंदर। साइटोप्लाज्मिक डीएनए सिंथेसिस ये होएगी G1 ਦੇ ਅੰਦਰ ਪਲਾਸਟਿਡਸ ਰੈਪਲੀਕੇਟ ਕਰਦੇ ਮਲਟੀਪਲਾਈ ਕਰਦੇ ਨਾ, ਤਾਂ ਪਲਾਸਟਿਡ ਦੇ ਅੰਦਰ ਆਪਾਂ ਪੜਿਆ ਸੀ ਸਰਕੂਲਰ ਡੀਐਨਏ ਹੁੰਦਾ, ਤਾਂ ਉਹਦੀ ਹੋਏਗੀ। ਤੇ G2 ਦੇ ਅੰਦਰ ਮਾਈਟੋਕੌਂਡਰੀਆਸ ਰੈਪਲੀਕੇਟ ਕਰਦੇ ਨੇ। ਮਾਈਟੋਕੌਂਡਰੀਆ ਦੇ ਅੰਦਰ ਵੀ ਆਪਾਂ ਪੜਿਆ ਸੀ ਕਿ ਸਰਕੂਲਰ ਡੀਐਨਏ ਹੁੰਦਾ, ਸਿੰਗਲ ਸਟ੍ਰੈਂਡਡ ਸਰਕੂਲਰ ਡੀਐਨਏ। ਠੀਕ ਹੈ, ਹੁਣ ਉਸ ਤੋਂ ਬਾਅਦ ਥੋੜਾ ਡਿਟੇਲ ਚ ਆਪਾਂ ਦੇਖਦੇ ਹਾਂ ਕਿ ਹਰ ਫੇਜ਼ ਦੇ ਅੰਦਰ ਕੀ ਕੀ ਰਹਿੰਦਾ। ਹੁਣ ਜਿਹੜਾ G1 ਫੇਜ਼ ਹੈ ਉਹਦੇ ਅੰਦਰ ਆਪਾਂ ਬੋਲਾਂਗੇ ਪ੍ਰੋਟੀਨ ਸਿੰਥੇਸਿਸ ਹੋ ਰਹੀ। ਠੀਕ ਹੈ, ਉਹਦੇ ਅੰਦਰ ਆਰਗੇਨੇਲੀਜ਼ ਵੀ ਡੁਪਲੀਕੇਟ ਕਰ ਰਹੇ ਆ। ऑर्गेनेल के अंदर प्लास्टिड है ना, प्लास्टिड भी हो रही है डुप्लीकेट करते हैं। प्रोटीन डुप्लीकेशन हो रही है, ऑर्गेनेल डुप्लीकेशन हो रही है। ऑर्गेनेल के अंदर प्लास्टिड भी ये अंदर ही रेप्लिकेट करती है। फिर आरएनए सिंथेसिस भी हो रहे हैं। ठीक है, आरएनए जैसे कि रफ एंडोप्लाज्मिक रेटिकुलम है, उधर भी आरएनए सिंथेसिस होएगी। राइबोसोम डुप्लीकेशन है, आरएनए सिंथेसिस होएगी। प्लास्टिड है, प्लास्टिड अंदर भी हो सकता है, तो फिर उदो भी आरएनए डुप्लीकेशन होती है। फिर इसके अंदर इस तो इलावा की होता है साइटोप्लाज्मिक ग्रोथ मैक्सिमम होती है। फिर इसके अंदर ग्रोथ मैक्सिमम। ठीक है, ਹੁਣ ਇਸ ਦੇ ਅੰਦਰ ਅਗਰ ਹਿਊਮਨਸ ਦੇ ਥਰੂ ਗੱਲ ਕੀਤੀ ਜਾਵੇ ਤੇ ਇਟ ਹੈਜ਼ 46 DNA ਮੋਲੀਕਿਊਲਸ। ਠੀਕ ਹੈ, ਪਰ ਇਹ ਥੋੜਾ ਸਾਈਡ ਕਰ ਦਿੰਦਾ ਮੈਕਸ। ਇਹਦੇ ਅੰਦਰ ਕੀ ਹੋਏਗਾ 46 DNA ਮੋਲੀਕਿਊਲਸ, ਜਾਂ ਫਿਰ ਆਪਾਂ ਇਹਨੂੰ ਬੋਲ ਸਕਦੇ ਹਾਂ 2C। ਠੀਕ ਹੈ, ਹੁਣ ਇਹਦੇ ਅੰਦਰ ਕੀ ਹੁੰਦਾ, ਇਸ ਫੇਜ਼ ਦੇ ਅੰਦਰ ਇਹਦੇ ਅੰਦਰ ਡੀਐਨਏ ਰੈਪਲੀਕੇਸ਼ਨ ਹੁੰਦੀ ਹੈ। ਤਾਂ ਉਹਦੇ ਕੀ ਹੋਣਗੇ 92 ਡੀਐਨਏ ਮੋਲੀਕਿਊਲਸ। ਤਾਂ ਜੈਨੇਟਿਕ ਮਟੀਰੀਅਲ ਕੀ ਹੋ ਗਿਆ 4C। ਹੁਣ ਇਹ ਅਪਾਰਟ ਫਰਮ ਡੀਐਨਏ ਰੈਪਲੀਕੇਸ਼ਨ ਹੋਏਗਾ, ਇਹਦੇ ਅੰਦਰ ਕੀ ਹੋਏਗਾ ਹਿਸਟੋਨ ਪ੍ਰੋਟੀਨ ਸਿੰਥੇਸਿਸ। ठीक है, इस तो इलावा होर की होएगा सेंट्रियोइड डुप्लीकेशन भी होएगी। सेंट्रियोइड्स ਜਿਹੜੇ ਹੁੰਦੇ ਸੀਗੇ ਆਪਣੇ ਪਰਪੈਂਡੀਕੂਲਰ, ਉਹਨਾਂ ਦੀ ਡੁਪਲੀਕੇਸ਼ਨ ਹੋ ਕੇ ਉਹ ਦੋ ਸੈਟ ਬਣਨਗੇ ਤੇ ਉਹ ਆਪੋਜ਼ਿਟ ਪੋਲਸ ਆਫ ਸੈਲ ਤੇ ਜਾਣਗੇ। ਠੀਕ ਹੈ, ਫਿਰ सेंट्रियोइड डुप्लीकेशन फिर उसके बाद आ जाएगा ट्यूबुलिन प्रोटीन सिंथेसिस भी होएगा। ट्यूबुलिन सिंथेसिस
ਠੀਕ ਹੈ। ਹੁਣ ਐਂਡ ਤੇ ਲਾਸਟ ਆਉਂਦਾ G2 ਫੇਜ਼। G2 ਦੇ ਅੰਦਰ ਕੀ ਹੁੰਦਾ, ਇਹਦੇ ਅੰਦਰ ਵੀ ਟਿਊਬੁਲਿਨ ਸਿੰਥੇਸਿਸ ਤਾਂ ਹੁੰਦਾ ਹੀ ਆ। ਠੀਕ ਹੈ, ਟਿਊਬੁਲਿਨ ਸਿੰਥੇਸਿਸ ਹੋ ਗਿਆ। ਫਿਰ ਉਸ ਤੋਂ ਬਾਅਦ ਆਏਗਾ ਗੋਲਜੀ ਮਾਈਟੋਕੌਂਡਰੀਆ ਸਿੰਥੇਸਿਸ ਵੀ ਇਸੇ ਫੇਜ਼ ਦੇ ਅੰਦਰ ਹੁੰਦੇ ਤੇ ਸੈਲ ਗਰੋਥ ਕੰਟੀਨਿਊ ਹੋ ਜਾਂਦੀ ਹੈ। ਗੋਲਜੀ ਮਾਈਟੋਕੌਂਡਰੀਆ ਤੇ ਉਸ ਤੋਂ ਬਾਅਦ ਕੀ ਬੋਲਿਆ, ਮਾਈਟੋਕੌਂਡਰੀਆ ਸਿੰਥੇਸਿਸ। ਫਿਰ ਉਸ ਤੋਂ ਇਲਾਵਾ ਹੋਰ ਕੀ ਹੁੰਦਾ, ਸੈਲ ਗਰੋਥ ਕੰਟੀਨਿਊਸ। ਹੁਣ ਇਹ ਤਾਂ ਹੋ ਗਈ ਇੰਡੀਵਿਜੂਅਲ ਫੇਜ਼ਸ ਦੇ ਬਾਰੇ। ਹੁਣ ਕੁਝ ਚੈੱਕ ਪੁਆਇੰਟਸ ਹੁੰਦੇ ਨੇ ਜਿਹੜੇ ਮੇਨਟੇਨ ਕਰਦੇ ਨੇ ਸੈਲ ਡਿਵੀਜ਼ਨ ਜਾਂ ਸੈਲ ਸਾਈਕਲ ਨੂੰ, ਜਾਂ ਕੋਈ ਐਰਰ ਅਗਰ ਹੁੰਦਾ ਤਾਂ ਉਹਨਾਂ ਨੂੰ ਰੋਕ ਦਿੰਦੇ ਨੇ। ਤਾਂ ਕਿਹੜੇ ਕਿਹੜੇ ਚੈੱਕ ਪੁਆਇੰਟਸ ਆ? ਹੁਣ ਇੱਕ ਤਾਂ ਆਂਦੇ ਮਾਈਨਰ ਚੈੱਕ ਪੁਆਇੰਟਸ ਹੁੰਦੇ ਆ। ਸਭ ਤੋਂ ਪਹਿਲਾਂ G2 M ਫੇਜ਼ ਟ੍ਰਾਂਜਿਸ਼ਨ ਹੁੰਦਾ। ਫਿਰ ਉਸ ਤੋਂ ਬਾਅਦ ਇੱਕ ਆਂਦਾ ਇੰਟਰਾ S ਚੈੱਕ ਪੁਆਇੰਟ। ਫਿਰ ਆਂਦਾ ਹੈ ਕਿ G1 S ਟ੍ਰਾਂਜਿਸ਼ਨ, ਜਿਹਨੂੰ ਮੇਜਰ ਚੈੱਕ ਪੁਆਇੰਟ ਜਾਂ ਮੇਜਰ ਰਿਸਟ੍ਰਿਕਸ਼ਨ ਪੁਆਇੰਟ ਬੋਲਦੇ ਨੇ। ਤੇ ਉਸ ਤੋਂ ਇਲਾਵਾ ਇੱਕ ਆਂਦੇ ਸਪਿੰਡਲ ਅਸੈਂਬਲੀ ਚੈੱਕ ਪੁਆਇੰਟ। ਇਹ ਹੁੰਦੇ ਐਨਾਫੇਜ਼ ਦੇ ਅੰਦਰ। ਤਾਂ ਅਗਰ ਇੰਟਰਫੇਜ਼ ਦੇ ਪੁੱਛਿਆ ਜਾਵੇ ਤਾਂ 3 ਚੈੱਕ ਪੁਆਇੰਟਸ ਹੈ। ਤਾਂ ਉਹਨਾਂ ਦੇ ਬਾਰੇ ਦੇਖਦੇ ਹਾਂ ਆਪਾਂ। ਠੀਕ ਹੈ, ਸਭ ਤੋਂ ਪਹਿਲਾ ਚੈੱਕ ਪੁਆਇੰਟ ਕਿਹੜਾ, G1 S ट्रांजिशन। ये रेस्ट्रिक्शन पॉइंट है, स्लैश मेजर चेक पॉइंट। ਇਹਦੇ ਅੰਦਰ ਕੀ ਰਹਿੰਦਾ, ਇਹਦੇ ਅੰਦਰ ਕੀ ਹੁੰਦਾ ਕਿ ਜਿਹੜਾ G1 ਸਾਈਕਲਿਨ डिपेंडेंट काइनेज प्रोटीन है वो रेगुलेट करते हैं। G1 साइक्लिन डिपेंडेंट काइनेज प्रोटीन। ठीक है, इन्हें क्या बोलेंगे, G1 CDK। ਹੁਣ ਇਹਦੇ ਅੰਦਰ ਕੀ ਕਹਿੰਦੇ, ਇਫ ਕ੍ਰਾਸਡ, ਅਗਰ ਇਹ ਚੈੱਕ ਪੁਆਇੰਟ ਸਹੀ ਰਿਹਾ ਤੇ ਇਸ ਚੈੱਕ ਪੁਆਇੰਟ ਤੇ ਹੋਲਡ ਨਹੀਂ ਹੋਇਆ ਤੇ ਚੈੱਕ ਪੁਆਇੰਟ ਕ੍ਰਾਸ ਹੋ ਗਿਆ ਤਾਂ ਡਿਵੀਜ਼ਨ ਇਜ਼ ਸ਼ੋਰ। ਹੁਣ ਇਸ ਤੋਂ ਬਾਅਦ ਆਏਗਾ ਇੱਕ ਮਾਈਨਰ ਚੈੱਕ ਪੁਆਇੰਟ। ਉਸ ਤੋਂ ਪਹਿਲਾਂ ਆ ਜਾਏਗਾ ਇੱਕ ਇੰਟਰਾ एस चेक पॉइंट। ठीक है, पहला वो देखते हैं, इंट्रा एस चेक पॉइंट। ਹੁਣ ਇਹਦੇ ਅੰਦਰ ਕੀ ਰਹੇਗਾ, ਇਹਦੇ ਅੰਦਰ ਕੀ ਹੁੰਦਾ ਕਿ ਸਾਈਕਲਿਨ डिपेंडेंट काइनेज है ਉਹ साइक्लिन डिपेंडेंट काइनेज। फिर आंदा है माइटोटिक साइक्लिन, उस तो बाद आएगा MPF विच इज माइटोसिस मैचुरेशन प्रमोटिंग फैक्टर, माइटोसिस और मैचुरेशन प्रमोटिंग फैक्टर की है MMF, माइटोसिस मैचुरेशन, MPF प्रमोटिंग फैक्टर। ठीक है, इसके अलावा एक थर्ड आ जाएगा फिर which is minor checkpoint G2M transition, G2M transition। माइनर चेक पॉइंट। ਹੁਣ ਥੋੜਾ ਇੰਟਰਚੇਂਜ ਇਹਦੇ ਅੰਦਰ ਕੀ ਹੁੰਦਾ ਕਿ ਐਕਚੁਅਲੀ ਥੋੜਾ ਇੰਟਰਚੇਂਜ ਹੋ ਗਿਆ। ਜਿਹੜੇ ਸਾਰੇ ਪ੍ਰੋਟੀਨਸ ਹੈ ਉਹ G2M ट्रांजिशन ਦੇ ਅੰਦਰ ਆਣਗੇ ਤੇ इंट्रा एस चेक पॉइंट ਕੀ करते हैं। इंट्रा एस चेक पॉइंट ਦੇ ਅੰਦਰ ਕੀ ਹੁੰਦਾ ਕਿ ਅਗਰ ਸਪੋਜ਼ ਇਟ prevent initiation of DNA replication at origin site that has not yet been activated। ਤੇ ਜਿਵੇਂ ਕਿ ਹੁਣ ਆਪਾਂ ਨੇ DNA replication ਹੁੰਦਾ ਨਾ, ਉਹ ਕਲਾਸ 12 ਦੇ ਅੰਦਰ ਇੱਕ ਚੈਪਟਰ ਆਏਗਾ
ਤੇ ਉਹਦੇ ਅੰਦਰ ਕੀ ਰਹਿੰਦਾ ਕਿ ਸਪੋਜ਼ DNA ਹੁਣ ਇਹਨੂੰ ਰੈਪਲੀਕੇਟ ਕਰਨਾ ਤਾਂ ਐਵੇਂ ਕਰਕੇ ਇੱਕ ਲੂਪ ਖੁੱਲ ਜਾਏਗਾ और एक स्पेस क्रिएट होएगी तो और एक स्टार्टिंग पॉइंट्स जनरेट होंगे इस डायरेक्शन ते इस डायरेक्शन रेप्लिकेशन होती है जेडे आ स्टार्टिंग पॉइंट्स है ना या फिर साइट ऑफ रेप्लिकेशन दिस साइट ऑफ ओरिजिन्स वगैरह है इन्होंने और रेप्लिकेशन ने प्रिवेंट कर देंगे इनिशिएशन ना जेडे एक्टिवेट नहीं हुए जो DNA रेप्लिकेशन दे कोई एरर हो जाता है ठीक है फिर एक चौथा आ जाएगा पूरे लिख देंगे उन्हें बोलेंगे स्पिंडल असेंबली चेक पॉइंट स्पिंडल असेंबली चेक पॉइंट ਇਹਦੇ ਨਾਲ ਕੀ ਹੁੰਦਾ ਕਿ M phase ਦੇ ਅੰਦਰ anaphase ਦੇ ਅੰਦਰ ਹੁੰਦਾ ਕਿ cell until prevents anaphase entry of the cell until all chromosomes are properly attached with spindle fiber ਇਹਦੇ ਅੰਦਰ ਇਹਨੂੰ ਬਲੌਕ ਕੀ ਕਰਦਾ ਹੈ ਇਹ anaphase pairing complex ਨੂੰ ਬਲੌਕ ਕਰ ਦਿੰਦਾ ਕੀ ਹੁੰਦਾ ਕਿ ਜਦੋਂ ਹੁਣੇ ਮੈਂ ਦੱਸਿਆ ਸੀਗਾ ਕਿ ਜਿਵੇਂ ਸੈਂਟਰੀਓਲਸ ਹੈ ਉਹ ਕੀ ਕਰਦੇ ਨੇ ਕਿ ਸਪਿੰਡਲ ਫਾਈਬਰ ਫਾਰਮੇਸ਼ਨ ਕਰਨਗੇ ਜਿਹੜਾ ਟਿਊਬਲਿਨ ਪ੍ਰੋਟੀਨ ਨਾਲ ਬਣਿਆ ਹੁੰਦਾ ਕਿ ਜਿਹੜਾ M phase ਦਾ ਨਾ ਪ੍ਰੋ ਫੇਜ਼ ਹੁੰਦਾ ਤੇ ਮੈਟਾ ਫੇਜ਼ ਹੁੰਦਾ ਪ੍ਰੋ ਫੇਜ਼ ਦੇ ਅੰਦਰ ਤਾਂ ਹਜੇ ਸਪਿੰਡਲ ਫਾਈਬਰਸ ਫਾਰਮੇਸ਼ਨ ਵਗੈਰਾ ਸ਼ੁਰੂ ਹੁੰਦੀ ਹੈ ਤੇ ਜਿਹੜਾ ਮੈਟਾ ਫੇਜ਼ ਹੈ ਉਹਨਾਂ ਪ੍ਰੋਪਰ ਸਪਿੰਡਲ ਅਸੈਂਬਲੀ ਬਣ ਜਾਂਦੀ ਹੈ ਤੇ ਜਿਹੜੇ ਵੀ ਕ੍ਰੋਮੋਸੋਮਸ ਹੁੰਦੇ ਆ ਉਹਨਾਂ ਦੇ ਕਾਈਨੈਟੋਕੋਰਸ ਨਾਲ ਕ੍ਰੋਮੈਟਿਡਸ ਨਾਲ ਸਾਰੇ ਸਪਿੰਡਲ ਫਾਈਬਰਸ ਅਟੈਚ ਕਰ ਜਾਂਦੇ ਨੇ ਸਪੋਜ਼ ਹੁਣ ਸਾਰੇ ਅਟੈਚ ਕਰੀਏ ਬਟ ਇੱਕ ਹਜੇ ਵੀ ਐਵੇਂ ਖਾਲੀ ਪਿਆ ਖਾਲੀ ਮਤਲਬ ਅਟੈਚਮੈਂਟ ਹੋਈ ਨਹੀਂ ਹੈ ਪ੍ਰੋਪਰ ਤੇ ਉਹ ਕ੍ਰੋਮੋਸੋਮ ਹਜੇ ਤੱਕ ਸੈਂਟਰ ਲਾਈਨ ਤੇ ਆਇਆ ਨਹੀਂ ਹੈ ਤਾਂ ਅਗਰ ਸਪੋਜ਼ ਇਸ ਕੇਸ ਦੇ ਅੰਦਰ ਡਿਵੀਜ਼ਨ ਹੋਏਗੀ ਤਾਂ ਫਿਰ ਤਾਂ ਐਨੀਪਲੋਇਡੀ ਹੋ ਜਾਏਗੀ ਐਨੀਪਲੋਇਡੀਜ਼ ਕੀ ਜਿਹੜੇ डिक्रीज और इंक्रीज इन नंबर ऑफ क्रोमोसोम्स कि सब अगर डिप्लॉयड ट्रिप्लॉयड होएगा या फिर हेप्लॉयड होएगा या फिर मतलब मोनोसोमी एवं करके कुछ भी हो सकता है तो अगर सपोज हम डिवीजन हो गई तो एवं क्रोमैटिड्स तो डिवाइड कर जाएंगे बट एक क्रोमोसोम है जिसे दोनों क्रोमैटिड्स एक डॉटर सेल के अंदर रह जाएंगे दूसरे डॉटर सेल के अंदर आएगा ही नहीं वो वाला क्रोमोसोम तो उस करके अगर सपोज ਪ੍ਰੋਪਰ ਅਟੈਚਮੈਂਟ ਨਹੀਂ ਹੋਈ ਹੈ ਸਾਰੇ ਕ੍ਰੋਮੋਸੋਮਸ ਦੇ ਸਪਿੰਡਲ ਫਾਈਬਰਸ ਨਾਲ ਤੇ ਪ੍ਰੋਪਰ ਸਪਿੰਡਲ ਅਸੈਂਬਲੀ ਨਹੀਂ ਬਣੀ ਹੈ ਤਾਂ ਐਨਾਫੇਜ਼ ਦੇ ਅੰਦਰ ਇਹਨਾਂ ਦੀ ਸੈਪਰੇਸ਼ਨ ਹੁੰਦੀ ਹੈ ਤੇ ਦੇ ਮੂਵ ਟੁਵਰਡਸ ਦੀ ਪੋਲ ਆਫ ਦੀ ਸੈਲ ਤੇ ਇਸ ਕਰਕੇ ਉਸ ਚੀਜ਼ ਨੂੰ ਪ੍ਰੀਵੈਂਟ ਐਨੀਪਲੋਇਡਸ ਨੂੰ ਪ੍ਰੀਵੈਂਟ ਕਰਨ ਲਈ ਸਪਿੰਡਲ ਅਸੈਂਬਲੀ ਚੈੱਕ ਪੁਆਇੰਟ ਹੁੰਦਾ ਤਾਂ ਕੀ ਕਰਾਂਗੇ ਕਿ ਪ੍ਰੀਵੈਂਟ ਐਨਾਫੇਜ਼ ਐਂਟਰੀ of the cell until all chromosomes are properly attached with spindle fibers. Document this, which is anaphase pairing complex. ਹੁਣ ਨਾ 2-3 ਕੁਐਸਚਨਸ ਹੈ ਜਿਹੜੇ ਆਪਾਂ ਜਲਦੀ ਨਾਲ ਡਿਸਕਸ ਕਰਕੇ ਫਿਰ ਅੱਜ ਵਾਲਾ ਸੈਸ਼ਨ ਖਤਮ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਇੱਕ ਹੋਰ ਚੀਜ਼ ਜਿਵੇਂ ਕਿ ਹੋਰ ਪੁੱਛਿਆ ਗਿਆ ਸੀਗਾ ਕਿ 2C ਤੋਂ ਕ੍ਰੋਮੋਸੋਮ ਨੰਬਰ 4C ਹੁੰਦਾ ਇਹ ਕੈਂਟੀਏ ਦੇ ਮੌਕ ਟੈਸਟ ਦੇ ਅੰਦਰ ਆਇਆ ਸੀਗਾ ਤੇ ਇਹ ਚੀਜ਼ ਧਿਆਨ ਰੱਖਣੀ ਹੈ ਤੇ ਉਸ ਤੋਂ ਇਲਾਵਾ ਉਰੇ ਜਿਹੜਾ 2N ਲਿਖਿਆ ਕਿ ਕ੍ਰੋਮੋਸੋਮ ਨੰਬਰ ਹੈ ਉਹ 2N ਹੀ ਰਹਿੰਦਾ ਤਾਂ ਉਹ ਚੀਜ਼ ਵੀ ਧਿਆਨ ਰੱਖਣੀ ਹੈ ਠੀਕ ਹੈ ਹੁਣ ਇੱਕ ਕੁਐਸਚਨ ਆਇਆ ਸੀ AIPMT 2014 ਦੇ ਅੰਦਰ ਜਿਸ ਪੁੱਛਿਆ ਗਿਆ ਸੀ ਕਿ ਡਿਊਰਿੰਗ ਵਿਚ ਫੇਜ਼ ਆਫ ਸੈਲ ਸਾਈਕਲ amount of DNA in a cell remains at 4C level even if the initial amount is denoted as 2C ਕਿ ਮਤਲਬ ਕਿ ਹੁਣ ਇਹ ਸੈਲ ਇਹਦੇ ਕੁਐਸਚਨ ਦਾ ਮਤਲਬ ਕੀ ਬਣਿਆ ਕਿ ਕੋਈ ਸੈਲ ਸਾਈਕਲ ਹੈ ਉਹਦੇ ਕਿਹੜਾ ਫੇਜ਼ ਇਹ ਜਿਹਾ ਕਿ ਸਪੋਜ਼ ਅਗਰ ਸੈਲ ਸਾਈਕਲ ਦੇ
ਸਟਾਰਟ ਦੇ ਅੰਦਰ ਆਪਾਂ ਅਮਾਉਂਟ ਆਫ ਡੀਐਨਏ ਨੂੰ 2C ਬੋਲ ਰਹੇ ਆ, ਤੇ ਕਿਹੜੇ ਫੇਜ਼ ਦੇ ਅੰਦਰ ਜਿਹੜੀ ਅਮਾਉਂਟ ਆਫ ਡੀਐਨਏ ਹੈ ਉਹ 4C ਹੋਏਗੀ, ਚਾਹੇ ਸੈਲ ਐਂਡ ਤੇ ਸੈਲ ਡਿਵੀਜ਼ਨ ਤੋਂ ਬਾਅਦ 2C ਹੋ ਜਾਏ। ਤੇ ਬਹੁਤ ਹੀ ਬੇਸਿਕ ਕੁਐਸਚਨ ਜਿਹਨੂੰ ਐਵੇਂ ਥੋੜਾ ਟਵਿਸਟਡ ਲੈਂਗੁਏਜ ਦੇ ਅੰਦਰ ਲਿਖਿਆ ਗਿਆ, ਇਹਨੂੰ ਬਸ ਸਿੰਪਲੀ ਇਹ ਪੁੱਛੇ ਕਿਹੜੇ ਫੇਜ਼ਸ ਆਫ ਸੈਲ ਸਾਈਕਲ ਦੇ ਅੰਦਰ ਜਿਹੜੀ ਜੈਨੇਟਿਕ ਮਟੀਰੀਅਲ ਹੈ ਜਾਂ ਫਿਰ ਅਮਾਉਂਟ ਆਫ ਡੀਐਨਏ ਹੈ 4C ਹੋਏਗੀ। ਤਾਂ 4C ਕਿਹੜੇ ਫੇਜ਼ਸ ਦੇ ਅੰਦਰ ਹੋਏਗੀ, ਜਿਹੜਾ G1 ਹੈ ਉਹਦੇ ਅੰਦਰ ਡੀਐਨਏ ਰੈਪਲੀਕੇਸ਼ਨ ਹਜੇ ਨਹੀਂ ਹੋਈ ਹੈ, ਉਹਦੇ ਅੰਦਰ ਨਹੀਂ ਹੋਏਗੀ। ਐਸ ਫੇਜ਼ ਉਹਦੇ ਅੰਦਰ 4C ਹੋਏਗਾ। ਐਸ ਫੇਜ਼ ਤੋਂ ਬਾਅਦ G2 ਫੇਜ਼ ਆਉਂਦਾ, ਉਹਦੇ ਅੰਦਰ ਵੀ 4C ਹੋਏਗਾ ਕਿਉਂਕਿ ਹਜੇ ਡਿਵੀਜ਼ਨ ਨਹੀਂ ਹੋਈ ਹੈ। ਤੇ ਐਮ ਫੇਜ਼ ਉਹਦੇ ਅੰਦਰ ਵੀ 4C ਹੋਏਗਾ, ਬਟ ਅਗਰ ਆਫਟਰ ਐਮ ਫੇਜ਼ ਪੁੱਛਿਆ ਜਾਵੇ ਤਾਂ 2C ਹੋਏਗਾ। ਤਾਂ G1 ਦੇ ਅੰਦਰ ਹੋਏਗਾ 2C, ਤੇ 2C ਹੋ ਜਾਏਗਾ आफ्टर एम फेज ऑल्सो। ठीक है। तो एक और क्वेश्चन है कि व्हेन सेल हैज स्टार्टेड डीएनए रेप्लिकेशन व्हिच चेक पॉइंट शुड बी प्रीडोमिनेंटली एक्टिवेटेड। कि हुन डीएनए रेप्लिकेशन स्टार्ट हो गई है, हुन अपन चेक पॉइंट्स पढ़े, एक तो G1S ट्रांजिशन है, फिर एक इंट्रा S चेक पॉइंट है, तो उसके बाद G2M ट्रांजिशन है। हुन इंट्रा S चेक पॉइंट के बारे अपन पढ़िया सीगा कि प्रिवेंट इनिशिएशन ऑफ डीएनए रेप्लिकेशन, पूरे लिख देंगे ਆਪਾਂ प्रिवेंट इनिशिएशन of DNA replication at origin site that has not been yet activated. Origin site that has not yet activated. ठीक है। बट ਹੁਣ क्वेश्चंस बोलिया गया कि डीएनए रेप्लिकेशन स्टार्ट हो चुकी है, तो उस तो बाद ਹੁਣ ਕਿਹੜਾ ਮੇਨ ਚੈੱਕ ਪੁਆਇੰਟ ਰਹੇਗਾ। तो मतलब अगर डीएनए रेप्लिकेशन स्टार्ट हो गई है तो एस फेज के अंदर सेल एंटर कर चुके हैं, मतलब G1 एस चेक पॉइंट क्रॉस हो चुके हैं। उस पर अगर डीएनए रेप्लिकेशन स्टार्ट हो गई है तो मतलब इंटर एस चेक पॉइंट भी क्रॉस हो चुके हैं। उसके बाद ਕਿਹੜਾ ਚੈੱਕ ਪੁਆਇੰਟ ਹੈ, मतलब G2M। ਤੇ ਐਵੇਂ ਕਰਕੇ ਕੁਝ ਕੁਐਸਚਨਸ ਬਣਦੇ ਨੇ ਇਹਨਾਂ ਦੇ ਉੱਤੇ ਜਿਹੜਾ ਧਿਆਨ ਦੇਣ ਵਾਲੇ। ਹੁਣ ਅਗਰ ਹੋਰ ਕੁਝ ਪੁੱਛਿਆ ਜਾਵੇ ਤਾਂ ਇਹ ਵੀ ਪੁੱਛਿਆ ਜਾਂਦਾ ਹੈ ਕਿ डीएनए रेप्लिकेशन कदों हो रही है, डीएनए रेप्लिकेशन, फिर हिस्टोन रेप्लिकेशन ते सेंट्रोइड रेप्लिकेशन, आ तीनों ही एस फेज दे अंदर हुंदी है। बट अगर ਸਾਨੂੰ ਪੁੱਛਿਆ ਜਾਵੇ स्पेसिफिकली साइटोप्लाज्मिक डीएनए कदों रेप्लिकेट करता है, तो साइटोप्लाज्मिक डीएनए रेप्लिकेशन होएगी G1 ਦੇ ਅੰਦਰ ਵੀ ਹੋਏਗੀ, G2 ਦੇ ਅੰਦਰ ਵੀ ਹੋਏਗੀ। न्यूक्लियर ਜਿਹੜੀ ਹੁੰਦੀ ਹੈ ਉਹ एस फेज ਦੇ ਅੰਦਰ ਹੋਏਗੀ। ठीक है। इस तो बाद फिर हम अपन नेक्स्ट लेक्चर ਦੇ ਅੰਦਰ इन डिटेल एम फेज पढ़ांगे। एम फेज ਦੇ ਅੰਦਰ ਦੇ ਅੱਗੇ ਕਿਹੜੇ सब स्टेजेस ने, प्रोफेज, मेटाफेज, एनाफेज ਤੇ टेलोफेज। सो दिस इज ऑल फॉर टुडेस लेक्चर। एक बार इन्हें थरोली पढ़ना क्योंकि काफी कॉम्प्लिकेटेड तो नहीं बोलना चाहिए, बट काफी डिटेल वाला चैप्टर है। तो एनसीईआरटी ने काफी कंसाइज करके लिखा है, तो एनसीईआरटी की लाइंस बहुत इंपॉर्टेंट ने, तो ਉਹਦੇ ਤੇ अच्छी तरह ध्यान देना ਤੇ ਇਹਨੂੰ ਇੱਕ ਵਾਰ ਰੀਡਿੰਗ ਦੇ ਦੇਣਾ ਤੇ ਡਿਟੇਲ ਦੇ ਅੰਦਰ ਸਮਝ ਕੇ ਫੇਰ ਕਰਨਾ। हैव अ गुड डे, हैप्पी लर्निंग।